ਜਿਹੜੇ ਹਲਕਾ ਇੰਚਾਰਜ ਸੀਗੇ ਜੀ ਉਹ 10 ਸਾਲ ਹਲਕੇ ਹੀ ਰਹੇ ਤੇ ਕੱਖੋਂ ਹਲਕਾ ਅਕਾਲੀ ਦਲ ਨੂੰ ਕਰਤਾ ਵੀ ਅੱਜ ਧਰਨੇ ਲਾ ਦੋ, ਸਾਰਿਆਂ ਨੇ ਧਰਨੇ ਲਾ ਦੇਣੇ। ਅੱਜ ਪੁਤਲੇ ਫੂਕ ਦੋ, ਮੈਂ ਵੀ ਫੂਕਦਾ ਰਿਹਾ। ਅੱਜ ਭਰਤਿੰਦਰ ਚਾਲ ਦਾ ਪੁਤਲਾ ਫੂਕ ਦੋ, ਅੱਜ 3 ਇਕੱਠੇ ਫੂਕ ਦੋ ਤਾਂ 3 ਫੂਕ ਦੋ। ਉਹ ਜੇ ਗਿਣ ਲੱਗ ਜੀਏ, ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਗਿਣ ਲੱਗ ਜੀਏ ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਸਾਰਾ ਦਿਨ ਲੱਗ ਜਾਣਾ। ਪਰ ਅੱਜ ਆ ਹਾਲਾਤ ਪੈਦਾ ਹੋ ਗਏ ਕਿ ਉਸ ਸ਼ਹੀਦਾਂ ਦੀ ਜਥੇਬੰਦੀ ਦੇ ਆਗੂ ਸਾਹਿਬਾਨਾਂ ਨੂੰ ਲੋਕ ਕਾਲੀਆਂ ਝੰਡੀਆਂ ਦਿਖਾਉਂਦੇ ਨੇ। ਅਲੱਗ-ਅਲੱਗ ਪਾਰਟੀਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਜਿਹੜੀ ਨੀਅਤ ਸੀ ਨਾ, ਉਹ ਨੇਕ ਸੀ। ਜੇ ਮੈਂ ਕਹਾਂ ਕਿ ਆਟੇ 'ਚ ਲੂਣ ਤਾਂ ਹੋ ਸਕਦਾ, ਪਰ ਲੂਣ 'ਚ ਆਟਾ ਨਹੀਂ ਸੀ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅੱਜ ਮੈਂ ਸੁਖਨੈਪ ਸਿੰਘ ਸਿੱਧੂ ਤੁਹਾਡੇ ਨਾਲ ਸਾਂਝ ਪਾਉਣਾ ਇੱਕ ਐਸੀ ਸ਼ਖਸੀਅਤ ਦੇ ਜ਼ਰੀਏ ਜਿਨ੍ਹਾਂ ਦੇ ਕਈ ਮੂਵਮੈਂਟਾਂ, ਕਈ ਧਿਰਾਂ ਤੇ ਕਈ ਰਾਜਸੀ ਪਾਰਟੀਆਂ ਦੇ ਨਾਲ ਸੰਬੰਧ ਰਹੇ ਤੇ ਅੱਜ ਕਿੱਥੇ ਖੜੇ ਨੇ ਇਹ ਜਾਣਦੇ ਹਾਂ। ਦੂਸਰੀ ਗੱਲ ਹੈ ਕਿ ਜਿਹੜਾ ਨਾਂ ਹੈ ਉਹ ਹੈ ਭੋਲਾ ਸਿੰਘ ਗਿੱਲ ਪੱਤੀ। ਕਿਸੇ ਵੇਲੇ ਅਕਾਲੀ ਸਿਆਸਤ ਦੇ ਵਿੱਚ ਇਹ ਨਾਂ ਗੂੰਜਦਾ ਹੁੰਦਾ ਸੀ ਬਠਿੰਡੇ ਦੇ ਵਿੱਚ। ਅੱਜ ਕੱਲ੍ਹ ਇਸ ਨਾਮ ਦੇ ਨਾਲ ਢੀਂਡਸਾ ਗਰੁੱਪ ਜੁੜਿਆ ਹੋਇਆ ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਿਹੜਾ ਵੱਖਰਾ ਅਕਾਲੀ ਦਲ ਬਣਾਇਆ ਉਹਦੇ ਵਿੱਚ ਸਰਦਾਰ ਭੋਲਾ ਸਿੰਘ ਗਿੱਲ ਪੱਤੀ ਹੋਰਾਂ ਦੀ ਸ਼ਮੂਲੀਅਤ ਹੈ। ਇਹ ਤੋਂ ਪਹਿਲਾਂ ਚੱਲਦੇ ਹਾਂ, ਜਦੋਂ ਬਚਪਨ ਸੀ ਉਦੋਂ ਇਹ ਖੱਬੇ ਪੱਖੀ ਧਿਰਾਂ ਜਿਹੜਿਆਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਵੱਖਰੀ ਸੋਚ ਵਾਲੇ ਕਾਮਰੇਡ, ਕਮਿਊਨਿਸਟ, ਇਹੋ ਜਿਹੇ ਸ਼ਬਦਾਂ ਦੇ ਨਾਲ ਗੱਲਾਂ ਤੁਰਦੀਆਂ ਨੇ, ਤਾਂ ਉਦੋਂ PSU ਦੇ ਨਾਲ ਸਰਦਾਰ ਭੋਲਾ ਸਿੰਘ ਜੁੜੇ ਤੇ ਫਿਰ ਗੋਤ ਦੀ ਥਾਂ ਦੇ ਉੱਤੇ ਗਿੱਲ ਪੱਤੀ ਲਾਇਆ। ਉਹ ਇੱਕ ਇਹ ਵੀ ਰਵਾਇਤ ਸੀ। ਉਸ ਤੋਂ ਬਾਅਦ ਖਾੜਕੂਵਾਦ ਦਾ ਸਮਾਂ ਆਇਆ ਤਾਂ ਉਹਨਾਂ ਦਾ ਵੀ ਇਹਨਾਂ ਕੋਲ ਤਜਰਬਾ ਹੈ। ਅਕਾਲੀ ਦਲ ਦੇ ਨਾਲ ਜੁੜੇ, ਉਹਦੀਆਂ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਪਰ ਦੱਸਦੇ ਹਾਂ, ਜਾਣਦੇ ਹਾਂ ਕਿ ਕੀ ਆਪਾਂ ਨੂੰ ਦੱਸਦੇ ਨੇ ਤੇ ਕੀ ਸਾਹਮਣੇ ਆਉਂਦਾ। ਕੁਛ ਕੁ ਗੱਲਾਂ ਜ਼ਿੰਦਗੀ ਦੀਆਂ ਤੇ ਕੁਛ ਕੁ ਗੱਲਾਂ ਸਿਆਸਤ ਦੀਆਂ, ਇਹਨਾਂ ਤੋਂ ਜਾਣਦੇ ਹਾਂ। ਗਿੱਲ ਪੱਤੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਤੁਸੀਂ ਅਕਾਲੀ ਦਲ ਵਾਲੀ ਸ਼ਖਸੀਅਤ ਹੋ ਜਾਂ ਇਹ ਹੈ ਕਿ ਉਹ ਲੈਫਟ ਮੂਵਮੈਂਟ ਵਾਲੀ, ਆਪਦੇ ਆਪ ਅੰਦਰੋਂ ਕੀ ਹੋ? ਇਹ ਸੁਖਨੈਬ ਜੀ, ਸਭ ਤੋਂ ਪਹਿਲਾਂ ਤਾਂ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਜੇ ਦੇਖਿਆ ਜਾਵੇ ਤਾਂ ਇੱਕ ਵਿਚਾਰਧਾਰਾ ਦੇ ਸੰਦਰਭ ਵਿੱਚ ਹੀ ਆਪਦਾ ਜੀਵਨ ਜਿਉਂਦਾ ਹੈ। ਅਸੀਂ ਬਚਪਨ ਤੋਂ ਇੱਕ ਮਨੁੱਖਤਾਵਾਦੀ ਸੋਚ ਲੈ ਕੇ ਚੱਲੇ ਸੀ ਜਿਹੜੀ ਸਾਡੇ ਧੁਰ ਅੰਦਰ ਤੱਕ ਵਸੀ ਹੋਈ ਹੈ ਤੇ ਉਸੇ ਸੋਚ ਦਾ ਹੀ ਪ੍ਰਗਟਾਵਾ ਵੱਖ-ਵੱਖ ਲਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਅੱਜ ਤੱਕ ਅਸੀਂ ਉਹਨੂੰ ਸਰਜੀਤ ਰੱਖਿਆ, ਮਰਨ ਨਹੀਂ ਦਿੱਤਾ ਜੀ। ਅੱਛਾ, ਮੈਂ ਵਿਦਿਆਰਥੀ ਜੀਵਨ ਤੋਂ ਹੀ ਸ਼ੁਰੂ ਕਰਦਾ ਵੀ ਉਦੋਂ ਕਦੋਂ ਇਹ ਲੱਗਿਆ ਕਿ ਯਾਰ ਇਸ ਪਾਸੇ ਨੂੰ ਤੁਰ ਜਾਣਾ ਚਾਹੀਦਾ। ਸਿਆਸਤ ਦਾ ਰਾਹ ਹੈ ਜਿਹੜਾ ਵਿਦਿਆਰਥੀ ਜੀਵਨ ਦੇ ਵਿੱਚ ਜਿਹੜੇ ਬੰਦੇ ਫੜ ਲੈਂਦੇ ਨੇ ਉਹ ਬੜੇ ਪਰਪੱਕ ਹੁੰਦੇ ਆ, ਜਿਵੇਂ ਤੁਹਾਡੇ ਕੋਲੇ ਬੜੇ ਅੰਕੜੇ ਨੇ, ਤਜਰਬਾ ਬਹੁਤ ਹੈ। ਸੋ ਇਹ ਸ਼ੁਰੂਆਤਾਂ ਕਦੋਂ ਹੁੰਦੀਆਂ ਗਈਆਂ? ਸੁਖਨੈਬ ਜੀ, ਮੇਰੇ ਇੰਨਾ ਕੁ ਯਾਦ ਹੈ ਕਿ ਮੈਂ ਉਦੋਂ ਸਕੂਲ 'ਚ ਪੜ੍ਹਦਾ ਸੀ, 9ਵੀਂ ਜਾਂ 10ਵੀਂ ਦਾ ਵਿਦਿਆਰਥੀ ਸੀ, ਤਾਂ ਬੰਗਾਲ ਦੇ ਵਿੱਚ ਇੱਕ ਹੜ੍ਹ ਆਇਆ ਸੀ ਜੀ। ਤਾਂ ਸਾਨੂੰ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਸੀ ਸਾਡੇ ਬਠਿੰਡੇ ਦੀ, ਉਸ ਸਮੇਂ ਸਮਾਜ ਸੇਵੀ ਵੀ ਸੀ ਤੇ ਮੂਵਮੈਂਟ ਦੇ ਵਿੱਚ ਵੀ ਕੰਮ ਕਰਦੇ ਸੀ। ਉਹ ਸਾਡੇ ਕੋਲੇ ਆਏ ਸਕੂਲ ਦੇ ਵਿੱਚ, ਉਹਨਾਂ ਨੇ ਐਡਰੈਸ ਕੀਤਾ ਕਿ ਉੱਥੇ ਲੋਕਾਂ ਨੂੰ ਹੜ੍ਹ ਆਇਆ ਤੇ ਉਹਨਾਂ ਨੂੰ ਜ਼ਰੂਰਤ ਹੈ ਜੀ। ਤੇ ਮੈਂ ਉਦੋਂ 25 ਪੈਸੇ ਦੀ ਰਸੀਦ ਕੱਟ ਕੇ, ਉਦੋਂ ਮੈਨੂੰ ਲੱਗਦਾ 30 ਜਾਂ 35 ਰੁਪਏ ਹੋਣਗੇ, ਜਿਹੜਾ ਮੈਂ ਫੰਡ ਇਕੱਠਾ ਕਰਕੇ। ਕਿਹੜੇ ਵਰਿਆਂ ਦੀ ਗੱਲ ਹੈ ਜੀ ਇਹ ਗੱਲ ਹੈਗੀ 77-78 ਦੀ ਜੀ। ਤੇ ਮੈਂ ਉਸ ਸਮੇਂ ਉਸ ਸਾਡੇ ਜਿਹੜੇ ਮਿੱਤਰ ਸੀ ਜਿਹੜੇ ਕਹਿਣ ਆਏ ਸੀ ਤੇ ਉਹਨਾਂ ਨੂੰ ਕੱਟ ਕੇ ਫੰਡ ਦਿੱਤਾ ਸੀ। ਬਸ ਉੱਥੋਂ ਚੇਟਕ ਲੱਗ ਗਈ ਇਹ, ਤੇ ਇਹ ਚੇਟਕ ਹੈ ਜਿਹੜੀ ਮੈਨੂੰ ਲੱਗਦਾ ਵੀ ਹੁਣ ਮਰਦੇ ਦਮ ਤੱਕ ਇਹ ਇੱਦਾਂ ਹੀ ਰਹੂਗੀ। ਮੈਂ ਥੋੜ੍ਹਾ ਜਿਹਾ PSU ਦੇ ਬਾਰੇ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਕਿਵੇਂ ਜੇ ਕੰਮ ਕਰਦੇ ਸੀ ਤੇ ਤੁਸੀਂ ਕਿਹੋ ਜਿਹੇ ਕਾਰਨਾਮੇ ਉਹਨਾਂ ਵੇਲਿਆਂ 'ਚ ਕੀਤੇ? ਸੁਖਨੈਬ ਜੀ, ਇਹ ਗੱਲ ਹੈਗੀ ਹੈ 79 ਦੀ। 79 ਦੇ ਵਿੱਚ ਮੈਂ ਮੈਟ੍ਰਿਕ ਕਰਕੇ ਬਠਿੰਡੇ ITI ਦੇ ਵਿੱਚ ਦਾਖਲਾ ਲਿਆ ਤੇ ਆ ਕੇ ਇੱਥੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਦਾ ਉਸ ਸਮੇਂ ਬਹੁਤ ਜ਼ਿਆਦਾ ਜ਼ੋਰ ਸੀ ਸਾਰੇ ਕਾਲਜਾਂ ਦੇ ਵਿੱਚ, ਤੇ ਮੈਂ ਵੀ ਉਸ ਯੂਨੀਅਨ ਦਾ ਮੈਂਬਰ ਬਣ ਗਿਆ। ਮੈਂਬਰ ਬਣਨ ਤੋਂ ਬਾਅਦ ਸਰਗਰਮੀਆਂ ਕੀਤੀਆਂ ਤਾਂ ਮੈਂ ਸਭ ਤੋਂ ਵਧੀਆ ਮੈਨੂੰ ਲੱਗਿਆ ਸੱਭਿਆਚਾਰਕ ਫਰੰਟ ਤੇ ਮੈਂ ਗਾਉਣ ਦਾ ਜਿਹੜਾ ਮੇਰਾ ਸੀਗਾ ਇਨਕਲਾਬੀ ਗੀਤ ਉਹ ਮੈਂ ਗਾਉਂਦਾ ਸੀਗਾ
ਨਾਟਕ ਵੀ ਖੇਡਦਾ ਰਿਹਾ। ਤੇ ਤੁਹਾਡੀ ਯਾਦਗਾਰੀ ਵਾਸਤੇ ਮੈਂ ਇੱਕ ਦੱਸ ਦਿਆਂ ਕਿ 84 ਦੇ ਵਿੱਚ ਜੀ ਜਦੋਂ ਭਾਜੀ ਗੁਰਸ਼ਰਨ ਸਿੰਘ ਹੋਏ ਨੇ ਨਾਟਕਕਾਰ, ਆਪਣੇ ਬਹੁਤ ਵੱਡਾ ਨਾਂ ਹੈ, ਫੇਮਸ ਨੇ, ਵੱਡਾ ਨਾਂ ਹੈ। ਮੈਂ ਉਹਨਾਂ ਦੀ ਟੀਮ 'ਚ ਬੰਬੇ ਉਦੋਂ ਨਾਟਕ ਖੇਡਣ ਗਿਆ ਹੋਇਆ ਸੀ। ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਦਾ ਮਰਡਰ ਹੋਇਆ ਉਸ ਸਮੇਂ ਅਸੀਂ ਬੰਬੇ ਸੀ, ਉਹ ਨਾਟਕ ਖੇਡਦੇ ਸੀ ਤੇ ਸਾਨੂੰ ਵੀ ਉਦੋਂ ਉਸੇ ਇੱਕ ਥਾਣੇ 'ਚ ਬੰਦ ਕਰ ਲਿਆ ਸੀ। ਅੱਛਾ। ਕਿਉਂਕਿ ਅਸੀਂ ਨਾਟਕ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਗੀਤ ਗਾਉਂਦੇ ਹੁੰਦੇ ਸੀ। ਉਹ ਗੀਤ ਦੇ ਬੋਲ ਸੀ, ਉਹਦੇ ਲਿਖਾਰੀ ਸੀ ਫੈਜ਼ ਅਹਿਮਦ ਫੈਜ਼, ਕਿ ਐ ਲਾਲ ਫਰੇਰੇ ਤੇਰੀ ਕਸਮ ਇਸ ਖੂਨ ਕਾ ਬਦਲਾ ਹਮ ਲੇਂਗੇ। ਇਹ ਜਦੋਂ ਅਸੀਂ ਕੋਰਸ ਰੂਪੀ ਸਾਰੇ ਜਾਣੇ ਗਾਉਂਦੇ ਸੀ ਤਾਂ ਉੱਥੋਂ ਦੀ ਜਿਹੜੀ ਲੋਕਲ ਪੁਲਿਸ ਸੀ, ਤਾਂ ਉੱਥੇ ਜਦੋਂ ਗੜਬੜਾਂ ਹੋਈਆਂ ਸਾਰੇ ਹਿੰਦੁਸਤਾਨ 'ਚ ਹੀ ਹੋਈਆਂ ਹੈ ਨਾ ਮਰਡਰ ਤੋਂ ਬਾਅਦ, ਤਾਂ ਉਹਨਾਂ ਨੇ ਆਖਿਆ ਵੀ ਪੰਜਾਬ ਤੋਂ ਸਿੱਖ ਆਏ ਨੇ ਸਰਦਾਰ ਨੇ, ਉਹ ਐਂ ਕਹਿੰਦੇ ਨੇ ਵੀ ਕਿ ਇਸ ਖੂਨ ਕਾ ਬਦਲਾ ਹਮ ਲੇਂਗੇ। ਪੂਰੀ ਗੱਲ ਤਾਂ ਸਮਝਣੀ ਨਹੀਂ ਪੂਰੀ ਗੱਲ ਉਹਨਾਂ ਨੇ ਸਾਨੂੰ ਫੜ ਕੇ ਉੱਥੇ ਅੰਦਰ ਕਰਤਾ। ਤਾਂ ਭਾਜੀ ਹੋਰਾਂ ਨੇ ਮਤਲਬ ਸੰਬੰਧਿਤ ਡਿਪਾਰਟਮੈਂਟ ਨਾਲ ਗੱਲ ਕੀਤੀ ਕਿ ਮੇਰੀ ਗਿਆਨੀ ਜੀ ਨਾਲ ਗੱਲ ਕਰਾਓ। ਦੇਸ਼ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਹੁੰਦੇ ਸੀ ਉਦੋਂ। ਤਾਂ ਉਹ ਚਲੋ ਉਹਨਾਂ ਨੇ ਆਪਦੇ ਪ੍ਰਸ਼ਾਸਨ ਨੇ ਆਪਦੇ ਜ਼ਰੀਏ ਇਸ ਗੱਲ ਨੂੰ ਚੈੱਕ ਕੀਤਾ ਤੇ ਅਖੀਰ ਤੇ ਸਾਨੂੰ ਉਹਨਾਂ ਨੇ ਰਿਹਾ ਕਰਤਾ ਤੇ ਅਸੀਂ ਸਾਰੇ ਆਪਦੇ ਸਟੇਸ਼ਨਾਂ ਤੇ ਆਏ। ਤਾਂ ਮੈਂ ਉਦੋਂ ਪੂਰਾ ਸਰਗਰਮ ਹੋਲ ਟਾਈਮਰ ਦੇ ਤੌਰ ਤੇ ਪਾਰਟੀ 'ਚ ਪੰਜਾਬ ਸਟੂਡੈਂਟ ਯੂਨੀਅਨ ਦੇ ਸੱਭਿਆਚਾਰਕ ਵਿੰਗ ਦੇ ਵਿੱਚ ਮੈਂ ਕੰਮ ਕੀਤਾ। 84 'ਚ ਮੈਂ ਗ੍ਰੈਜੂਏਸ਼ਨ ਕੀਤੀ। ਪਹਿਲਾਂ ਰਜਿੰਦਰਾ ਕਾਲਜ ਆਇਆ, ITI, ਸਾਰੇ ਥਾਵਾਂ ਤੇ PSU ਦੀ ਵਧੀਆ ਲੀਡਰਸ਼ਿਪ ਥੱਲੇ ਮੈਂ ਕੰਮ ਕੀਤਾ ਤੇ ਫਿਰ ਤਲਵੰਡੀ ਸਾਬੋ ਭੇਜਤਾ ਕਿ ਉਸ ਜਗ੍ਹਾ ਤੇ ਜਾ ਕੇ ਯੂਨਿਟ ਬਣਾਓ। ਫਿਰ ਤਲਵੰਡੀ ਸਾਬੋ ਤੋਂ ਮੈਂ ਫਿਰ ਇੱਥੇ MA ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਰਜਿੰਦਰਾ ਕਾਲਜ ਚ ਆ ਕੇ ਰੀਜਨਲ ਸੈਂਟਰ। ਨਕਸਲਾਈਟ ਮੂਵਮੈਂਟ ਨਾਲ ਕੋਈ ਸੰਬੰਧ ਰਿਹਾ ਫਿਰ ਉਹਨਾਂ ਦਾ? ਐਕਚੁਅਲੀ ਤਾਂ ਸੁਖਨੈਬ ਜੀ ਇਹ ਜਿਹੜੇ ਵਿੰਗ ਸੀ ਨਾ, ਚਾਹੇ ਉਹ ਕਿਸਾਨ ਜਥੇਬੰਦੀਆਂ ਸੀ, ਉਸ ਸਮੇਂ ਨੌਜਵਾਨ ਭਾਰਤ ਸਭਾ ਹੁੰਦੀ ਸੀ, ਅੱਜ ਕੱਲ ਤਾਂ ਸ਼ਾਇਦ ਪਿੰਡਾਂ 'ਚ ਨਹੀਂ ਹੈਗੀ। ਹਾਂ ਪਹਿਲਾਂ ਤਾਂ ਹੁੰਦੀਆਂ ਸੀ। ਹਾਂ, ਨੌਜਵਾਨ ਭਾਰਤ ਸਭਾ ਸੀ, ਵਿਦਿਆਰਥੀ ਵਿੰਗ ਸੀ ਤੇ ਤੁਹਾਡਾ ਰੱਬ ਭਲਾ ਕਰੇ ਮੁਲਾਜ਼ਮ ਵਿੰਗ ਸੀ, ਬੇਰੁਜ਼ਗਾਰ ਯੂਨੀਅਨ ਵਿੰਗ ਸੀ, ਟ੍ਰੇਡ ਯੂਨੀਅਨ ਦੇ ਵਿੰਗ ਸੀ। ਇਹ ਸਾਰੇ ਹੀ ਇੰਟਰਨਲ ਤੌਰ ਤੇ ਕਿਤੇ ਨਾ ਕਿਤੇ ਜਥੇਬੰਦੀਆਂ ਨਾਲ ਜੁੜੇ ਹੋਏ ਸੀ ਤੇ ਵਿਚਾਰਧਾਰਾ ਸੀ ਇੱਕ ਮਨੁੱਖਤਾ ਨੂੰ ਬਰਾਬਰਤਾ ਦਾ ਦਰਜਾ ਦੇਣ ਵਾਸਤੇ ਲੜਾਈ ਸੀ ਵੀ ਸਾਰੇ ਮਨੁੱਖ ਬਰਾਬਰ ਹੋਣ। ਤੇ ਸਮੇਂ-ਸਮੇਂ ਅਨੁਸਾਰ ਲਹਿਰਾਂ ਚੱਲਦੀਆਂ ਨੇ, ਲਹਿਰਾਂ ਤੇ ਸਵਾਰ ਵੀ ਮਨੁੱਖ ਹੀ ਹੁੰਦੇ ਆ ਤੇ ਇਸ ਕਰਕੇ ਅਸੀਂ ਵੀ ਉਸ ਸਮੇਂ ਦੇ ਅਨੁਸਾਰ ਬਰਾਬਰਤਾ ਦੀ ਲੜਾਈ ਲੜਦੇ ਹਾਂ। ਕਿਉਂਕਿ ਭਾਜੀ ਗੁਰਸ਼ਰਨ ਹੋਰੀ ਇੱਕ ਪੇਪਰ ਵੀ ਕੱਢਦੇ ਹੁੰਦੇ ਸੀ ਸਮਤਾ ਜੀ, ਤਾਂ ਉਹਦਾ ਵੀ ਮਤਲਬ ਇਹ ਸੀ ਕਿ ਬਰਾਬਰਤਾ ਦਾ ਰਾਜ ਪੈਦਾ ਕਰਨਾ ਹੈ, ਇੱਥੇ ਜਿਹੜੀ ਊਚ ਨੀਚ ਹੈ ਉਹਨੂੰ ਖਤਮ ਕਰਨਾ ਹੈ। ਸਹੀ। ਤਾਂ ਅਸੀਂ ਬਰਾਬਰਤਾ ਦੀ ਲੜਾਈ ਉਦੋਂ ਵੀ ਵਧੀਆ ਤਰੀਕੇ ਨਾਲ ਲੜਦੇ ਰਹੇ। ਉਦੋਂ ਬਾਅਦ ਸਾਰੇ ਅਸੀਂ ਜਦੋਂ ਘਰਾਂ 'ਚ ਬੈਠ ਗਏ, ਕੁਛ ਨਾ ਦਿਸਿਆ, ਸਿਧਾਂਤਕ ਤੌਰ ਤੇ ਅੱਗੇ ਵਧਣ ਦੀ ਸਮਰੱਥਾ ਨਾ ਉਸ ਰੂਪ 'ਚ ਦਿਸੀ, ਤਾਂ ਫਿਰ ਸਾਨੂੰ ਸਾਰਿਆਂ ਨੂੰ ਇੱਕ ਸਾਡੇ ਮਿੱਤਰ ਨੇ, ਉਹਨਾਂ ਦੇ ਰਿਸ਼ਤੇਦਾਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੀ ਅਹਿਮ ਹਸਤੀ ਸੀ, ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਕਿ ਯਾਰ ਸ਼ਹੀਦਾਂ ਦੀ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਤੁਸੀਂ ਵੀ ਮਾਨਵਤਾਵਾਦੀ ਮਨੁੱਖਤਾਵਾਦੀ ਵਿਚਾਰਧਾਰਕ ਬੰਦੇ ਹੋ, ਸਿਧਾਂਤਕ ਬੰਦੇ ਹੋ, ਤੁਸੀਂ ਲੋਕਾਂ ਦੇ ਵਿੱਚ ਵੀ ਹਰਮਨ ਪਿਆਰੇ ਹੋ, ਸੱਚੇ ਸੁੱਚੇ ਹੋ, ਇਮਾਨਦਾਰ ਹੋ ਤੇ ਤੁਸੀਂ ਇਸ ਜਥੇਬੰਦੀ 'ਚ ਕੰਮ ਕਰੋ, ਸ਼ਹੀਦਾਂ ਦੀ ਜਥੇਬੰਦੀ 'ਚ। ਸਹੀ। ਤਾਂ ਚਲੋ ਅਸੀਂ ਵੀ ਸਾਰਿਆਂ ਨੇ, ਜਿੰਨੇ ਸਟੂਡੈਂਟ ਯੂਨੀਅਨ ਦੇ ਆਗੂ ਸੀ ਇੱਥੇ ਬਠਿੰਡੇ ਦੇ ਵਿੱਚ, ਸਾਰਿਆਂ ਨੇ ਰਾਏ ਮਸ਼ਵਰਾ ਕਰਕੇ ਅਸੀਂ ਸ਼ਾਮਲ ਹੋ ਗਏ। ਇਹ ਗੱਲ ਹੈਗੀ 1990-91 ਦੀ ਗੱਲ ਹੈ। ਆ ਜਿਹੜਾ 84 ਤੋਂ ਲੈ ਕੇ ਉਦੋਂ ਬਾਅਦ ਵਾਲਾ ਦੌਰ ਸੀ ਪੰਜਾਬ ਦੇ ਵਿੱਚ, ਖੜਕੂਵਾਦ ਦਾ ਸੰਘਰਸ਼ ਨੂੰ ਜਾਂ ਅੱਤਵਾਦ ਦਾ ਦੌਰ, ਸਿੱਖ ਮੂਵਮੈਂਟ ਦਾ, ਜਾਂ ਕਾਫੀ ਕੁਝ ਅੱਡੋ ਅੱਡ ਸ਼ਬਦ ਰੱਖਦੇ ਆ ਜੀ ਹਨਾ ਲੋਕ, ਤੇ ਇਹਦਾ ਕਿੰਨਾ ਕੁ ਅਸਰ ਰਿਹਾ ਫਿਰ ਤੁਹਾਡੇ ਤੇ? ਸੁਖਨੈਬ ਜੀ, ਇਹਦਾ ਅਸਰ ਇਹੀ ਹੈ ਕਿ ਉਦੋਂ ਪਹਿਲਾਂ ਮੈਂ ਤੁਹਾਡੇ ਵਾਂਗੂ ਹੁੰਦਾ ਸੀ ਤੇ ਇਸ ਅਸਰ ਨਾਲ ਮੈਂ ਹੁਣ ਐਸ ਵਾਂਗੂ ਉਸ ਸਮੇਂ 'ਚ ਹੋਇਆ। ਮਤਲਬ ਕੇਸਾਧਾਰੀ, ਹਥਿਆਰਧਾਰੀ ਜਾਂ ਸ਼ਸਤਰਧਾਰੀ ਤਾਂ ਨਹੀਂ ਹੋਏ ਫਿਰ? ਨਹੀਂ, ਹਥਿਆਰ ਤਾਂ ਮੇਰੇ ਸ਼ੁਰੂ ਤੋਂ ਨਾ ਮੇਰੇ ਤੇ ਇੱਕ ਦਿਮਾਗ ਤੇ ਰਿਹਾ ਕਿ ਹਰ ਚੀਜ਼ ਨੂੰ ਜਿੰਨੀ ਦੇਰ ਤੁਸੀਂ ਗੱਲਬਾਤ ਰਾਹੀਂ ਲੋਕਾਂ 'ਚ ਨਹੀਂ ਲੈ ਕੇ ਜਾਂਦੇ, ਹਥਿਆਰ ਦੇ ਜ਼ਰੀਏ ਤੁਸੀਂ ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਜਿਸ ਤਰ੍ਹਾਂ ਆਪਾਂ ਕਹਿੰਦੇ ਆ ਕਿ
ਲੜਾਈ ਤੁਹਾਡਾ ਦਿਮਾਗ ਖੋ ਦਿੰਦੀ ਹੈ, ਅਕਲ ਖੋ ਦਿੰਦੀ ਹੈ। ਗੁੱਸਾ ਹੈ, ਜਦੋਂ ਤੁਸੀਂ ਗੁੱਸਾ ਆਓਗੇ ਤਾਂ ਤੁਸੀਂ ਅਕਲ ਆ ਜਿਹੜੀ ਉਹ ਦੂਰ ਭੱਜ ਜਾਂਦੀ ਹੈ। ਇਸ ਕਰਕੇ ਇਹਦਾ ਸਮਤੋਲ ਰੱਖਣਾ ਉਹ ਬਹੁਤ ਜ਼ਰੂਰੀ ਹੈ। ਤੇ ਉਸ ਮੂਵਮੈਂਟ ਦੇ ਵਿੱਚ ਵੀ ਬਹੁਤ ਸਾਡੇ ਮਿੱਤਰ ਹੁਣ ਵੀ ਵਿਚਰਦੇ ਹਾਂ ਅਸੀਂ, ਉਸ ਮੂਵਮੈਂਟ ਦੇ ਦੌਰਾਨ ਜਿਹੜੇ ਸਾਨੂੰ ਮਿਲਦੇ ਸੀ ਹੁਣ ਵੀ ਵਿਚਰਦੇ ਹਾਂ। ਭੂਮੇ ਹੋਰੀ ਸਾਰੇ ਉਹਨਾਂ ਸਮਿਆਂ ਦੇ ਸਾਥੀ ਨੇ, ਧੜਕ ਬਰਾੜ ਹੋਰੀ ਸਾਰੇ, ਹਨਾ। ਤਾਂ ਇਹ ਲੱਗਦਾ ਸੀ ਕਿ ਨੌਜਵਾਨਾਂ ਦੇ ਵਿੱਚ ਇਹ ਜਜ਼ਬਾ ਤਾਂ ਸੀ ਸਾਰਿਆਂ 'ਚ ਕਿ ਜਿਹੜੀਆਂ ਜ਼ਿਆਦਤੀਆਂ ਹੋ ਰਹੀਆਂ ਨੇ ਉਹਨਾਂ ਜ਼ਿਆਦਤੀਆਂ ਨੂੰ ਬੰਦ ਕਰਾਇਆ ਜਾਵੇ। ਸਹੀ। ਇਹ ਗੱਲ ਵੱਖਰੀ ਹੈ ਕਿ ਜ਼ਿਆਦਤੀਆਂ ਨੂੰ ਬੰਦ ਕਰਾਉਣ ਦਾ ਜਿਹੜਾ ਤਰੀਕਾ ਸੀ ਉਹ ਸਾਰਿਆਂ ਦਾ ਵੱਖਰਾ ਵੱਖਰਾ ਸੀ। ਤੁਸੀਂ ਅਕਾਲੀ ਦਲ ਦੇ ਵਿੱਚ ਰਹੇ ਹੋ, ਹੁਣ ਚਲੋ ਇੱਕ ਵੱਖਰਾ ਅਕਾਲੀ ਦਲ ਬਣ ਗਿਆ, ਉਹਦੇ ਚੋਂ ਹੀ ਨਿਕਲ ਕੇ ਆਇਆ ਇਹ। ਜੀ ਜੀ। ਤੇ ਹੁਣ ਪਹਿਲਾਂ ਵਾਲਿਆਂ ਨੂੰ ਭੰਡਣਾ ਵੀ ਪੈਂਦਾ ਹੈ ਜੀ। ਉਦੋਂ ਇਹਨਾਂ ਦੇ ਕੁਝ ਪਲੱਸ ਪੁਆਇੰਟ ਵੀ ਹੋਣਗੇ ਜੀ। ਵੀ ਜੇ ਆਪਾਂ ਅੱਜ ਖੜੇ ਦੇਖੀਏ ਉਸ ਅਕਾਲੀ ਦਲ ਦਾ ਐਨਾਲਿਸਿਸ ਕਰੀਏ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਾਂ ਬਾਦਲ ਪਰਿਵਾਰ ਵਾਲੇ ਦਾ, ਤਾਂ ਉਹਦੇ 'ਚ ਖੂਬੀਆਂ ਕਿਹੋ ਜਿਹੀਆਂ ਸੀਗੀਆਂ? ਸੁਖਨੈਬ ਜੀ, ਗੱਲ ਇਹ ਹੈ ਕਿ ਜਿੰਨਾ ਕਿ ਮੇਰਾ ਤਜਰਬਾ ਹੈ, ਮੈਂ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨਾਲ ਵੀ ਕੁਝ ਸਮਾਂ ਬਤੀਤ ਕੀਤਾ। ਉਹ ਇੱਕ ਦਰਵੇਸ਼ ਸਿਆਸਤਦਾਨ ਸੀ ਜੀ। ਬਹੁਤ ਕੁਝ ਮੈਨੂੰ ਉਹਨਾਂ ਕੋਲੋਂ ਸਿੱਖਣ ਨੂੰ ਮਿਲਿਆ। ਉਹਨਾਂ ਦੀ 1999 ਵਾਲੀ ਇਲੈਕਸ਼ਨ ਸੀ ਜਿਹੜੀ, ਮੈਂ ਉਹਦਾ ਸਪੋਕਸਮੈਨ ਵੀ ਰਿਹਾ, ਹਰੇਕ ਸਟੇਜ ਦਾ ਮੈਂ ਬੁਲਾਰਾ ਵੀ ਉਹਨਾਂ ਦਾ ਰਿਹਾ। ਉਦੋਂ ਸਾਡੇ ਅੰਦਰ ਜਿੰਨੇ ਵੀ ਅਕਾਲੀ ਸੀ ਜਾਂ ਅਲੱਗ-ਅਲੱਗ ਪਾਰਟੀਆਂ 'ਚ, ਮੈਂ ਇੱਕ ਪਾਰਟੀ ਦੀ ਗੱਲ ਨਹੀਂ, ਅਲੱਗ-ਅਲੱਗ ਪਾਰਟੀਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਜਿਹੜੀ ਨੀਅਤ ਸੀ ਨਾ ਉਹ ਨੇਕ ਸੀ। ਮਤਲਬ ਪ੍ਰਸਤੀ ਤੋਂ ਦੂਰ ਸੀ ਜੀ। ਜੇ ਮੈਂ ਕਹਾਂ ਕਿ ਆਟੇ 'ਚ ਲੂਣ ਤਾਂ ਹੋ ਸਕਦਾ ਪਰ ਲੂਣ 'ਚ ਆਟਾ ਨਹੀਂ ਸੀ। ਹੁਣ ਕੀ ਹੈ ਕਿ ਹੁਣ ਅਸੀਂ ਮਤਲਬ ਪ੍ਰਸਤੀ ਵਾਸਤੇ, ਗਰਜਾਂ ਵਾਸਤੇ, ਆਪਦੇ ਲੋਭ ਲਾਲਚਾਂ ਵਾਸਤੇ ਸਾਰੀਆਂ ਪਾਰਟੀਆਂ 'ਚ ਇੱਕ ਇੰਨੀ ਬਹੁਤਾਤ ਹੋ ਗਈ ਕਿ ਸੇਵਾ ਭਾਵਨਾ ਵਾਲੇ ਲੋਕ ਹੈ ਜਿਹੜੇ ਉਹ ਮਨਫੀ ਹੋ ਗਏ। ਹਰੇਕ ਸੇਵਾ ਭਾਵਨਾ ਵਾਲਾ ਜਾਂ ਮਨੁੱਖਤਾਵਾਦੀ ਪਹੁੰਚ ਰੱਖਣ ਵਾਲੇ ਬੰਦੇ ਦਾ ਜਿਹੜਾ ਦਮ ਘੁੱਟਦਾ ਹੈ ਜਥੇਬੰਦੀਆਂ 'ਚ। ਤੁਸੀਂ ਦੇਖੋ ਆ ਮੌਜੂਦਾ ਮੂਵਮੈਂਟ ਨੂੰ ਦੇਖੋ ਜੀ ਕਿ ਕਿਸਾਨਾਂ ਨੇ ਆਪਦੀਆਂ ਜਿਹੜੀਆਂ ਧਰਨੇ ਮੁਜ਼ਾਹਰੇ ਹੈ ਉਹਨਾਂ ਦੇ ਵਿੱਚ ਇਹ ਪਾਬੰਦੀ ਲਾਤੀ ਕਿ ਰਾਜਨੀਤਿਕ ਪਾਰਟੀਆਂ ਦੇ ਲੋਕ ਆ ਸਾਡੀ ਸਟੇਜ ਤੇ ਨਹੀਂ ਬੈਠਣਗੇ। ਸਹੀ। ਉਹ ਸੰਬੋਧਨ ਨਹੀਂ ਕਰਨਗੇ। ਕਿੱਡੀ ਹੈਰਾਨੀ ਦੀ ਗੱਲ ਹੈ ਕਿ ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਵਾਲੇ ਲੋਕ ਆਪਦੇ ਆਪ ਨੂੰ ਸੇਵਾਦਾਰ ਵੀ ਕਹਿੰਦੇ ਆ, ਪਰ ਜਿਨ੍ਹਾਂ ਦੇ ਅਸੀਂ ਸੇਵਾਦਾਰ ਕਹਿੰਦੇ ਆ ਉਹ ਸਾਨੂੰ ਬੋਲਣ ਨੂੰ ਦੇਣ ਨਹੀਂ ਤਿਆਰ ਨਹੀਂ। ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਗੜਬੜ ਹੈਗੀ ਹੈ। ਸਹੀ। ਇਹ ਐਡਾ ਵੱਡਾ ਪਾੜਾ ਹੈ। ਇਹਨਾਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਰਾਜ ਸੱਤਾ ਦੀ ਲੜਾਈ ਲੜਦੀਆਂ, ਇੱਕ ਜਿਹੜੀਆਂ ਲੋਕਾਂ ਦੀ ਲੜਾਈ ਲੜਦੀਆਂ, ਦੋਨਾਂ ਦੇ ਵਿੱਚ ਇੱਕ ਫਰਕ ਹੈ। ਹੁਣ ਲੋਕਾਂ ਦੀ ਲੜਾਈ ਲੜਨ ਵਾਲੇ ਬੰਦੇ ਸਮੇਂ-ਸਮੇਂ ਅਨੁਸਾਰ ਲਹਿਰਾਂ ਉੱਠਦੀਆਂ ਆਈਆਂ। ਇਹ 1978 ਦੇ ਵਿੱਚ ਵਾਹੀਕਾਰ ਯੂਨੀਅਨ ਦੇ ਨਾਂ ਥੱਲੇ ਵੀ ਬਹੁਤ ਵੱਡੀ ਮੂਵਮੈਂਟ ਉੱਠੀ ਸੀ ਕਿਸਾਨਾਂ ਦੀ। ਤਾਂ ਇਹ ਜਦੋਂ ਸਮੇਂ-ਸਮੇਂ ਅਨੁਸਾਰ ਇਹ ਮੂਵਮੈਂਟਾਂ ਉੱਠਦੀਆਂ ਤਾਂ ਮਾਰ ਕਿੱਥੇ ਪੈ ਜਾਂਦੀ ਹੈ ਕਿ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਦੇ ਲੋਕ ਨੇ ਇਹਨਾਂ ਦਾ ਮੋਟਿਵ ਮੰਤਵ ਹੋਰ ਹੈ। ਜਿਹੜੀਆਂ ਸਮੇਂ-ਸਮੇਂ ਅਨੁਸਾਰ ਲਹਿਰਾਂ ਉੱਠਦੀਆਂ ਲੋਕਾਂ ਦੀ ਲੜਾਈ ਲੜਨ ਵਾਸਤੇ, ਇਹਨਾਂ ਦਾ ਮੰਤਵ ਹੋਰ ਹੁੰਦਾ। ਤਾਂ ਇਹ ਕਿਤੇ ਨਾ ਕਿਤੇ ਆ ਪਾਟੋ ਧਾੜ ਤੇ ਦੂਰ ਅੰਦੇਸ਼ੀ ਸੋਚ ਦੀ ਕਮੀ ਕਰਕੇ ਮਾਰ ਪੈ ਜਾਂਦੀ ਹੈ, ਜਿਹਦੇ ਕਰਕੇ ਸਾਰੀਆਂ ਲਹਿਰਾਂ ਹੀ ਬਿਨਾਂ ਕਿਸੇ ਪ੍ਰਾਪਤੀ ਤੋਂ ਖਤਮ ਹੁੰਦੀਆਂ ਰਹੀਆਂ। ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ, ਜਿਵੇਂ ਤੁਸੀਂ ਵੀ ਕਹਿੰਦੇ ਹੋ, ਲੋਕ ਵੀ ਕਹਿੰਦੇ, ਮੰਨਦੇ ਵੀ ਆ, ਪਰ ਐਡਾ ਵੱਡਾ ਡਾਊਨਫਾਲ ਉਹਦੇ 'ਚ ਕਦੇ ਪਹਿਲਾਂ ਆਇਆ ਸੀ ਜਿੰਨਾ ਹੁਣ ਆਇਆ ਪਿਆ? ਬਿਲਕੁਲ ਤੁਸੀਂ ਸਹੀ ਕਿਹਾ। ਇਸ ਜਥੇਬੰਦੀ ਨੂੰ ਸਲਾਮ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਹਰੇਕ ਬੰਦੇ ਦਾ ਸਿਰ ਝੁਕਦਾ ਹੈ, ਪਰ ਅਫਸੋਸ ਨਾਲ ਇਹ ਗੱਲ ਕਹਿਣਾ ਪੈਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਨਿਉ ਸੀ, ਉਸ ਤੇ ਜਿਹੜਾ ਮਹਿਲ ਉਸਰਿਆ ਸੀ, ਉਸ ਮਹਿਲ ਦੇ ਵਿੱਚ ਜਿਹੜੇ ਕਾਬਜ ਲੋਕ ਨੇ ਉਹ ਇੰਨੀ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਗਏ ਕਿ ਉਹਨਾਂ ਨੇ ਉਸ ਮਹਿਲ ਦੀਆਂ ਕੰਧਾਂ ਵੀ ਚੱਟਤੀਆਂ। ਹੁਣ ਹਾਲਾਤ ਇਹ ਹੈ ਕਿ ਲੋਕ ਇੱਕ ਉਸ ਜਥੇਬੰਦੀ ਨੂੰ ਅਕਾਲ ਪੁਰਖ ਦੀ ਜਥੇਬੰਦੀ
ਬਰੋਸਾਈ ਜਥੇਬੰਦੀ ਮੰਨਦੇ ਸੀ, ਤੇ ਉਹ ਜਿਹਦੀ ਜਥੇਬੰਦੀ ਦੇ ਸ਼ਹੀਦਾਂ ਦੀ ਗਿਣਤੀ ਹੈ ਜਿਹੜੀ, ਉਹ ਜੇ ਗਿਣ ਲੱਗ ਜਾਈਏ, ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਗਿਣ ਲੱਗ ਜਾਈਏ, ਤਾਂ ਮੈਨੂੰ ਲੱਗਦਾ ਵੀ ਆਪਾਂ ਨੂੰ ਸਾਰਾ ਦਿਨ ਲੱਗ ਜਾਣਾ। ਪਰ ਅੱਜ ਆ ਹਾਲਾਤ ਪੈਦਾ ਹੋ ਗਏ ਕਿ ਉਸ ਸ਼ਹੀਦਾਂ ਦੀ ਜਥੇਬੰਦੀ ਦੇ ਆਗੂ ਸਾਹਿਬਾਨਾਂ ਨੂੰ ਲੋਕ ਕਾਲੀਆਂ ਝੰਡੀਆਂ ਦਿਖਾਉਂਦੇ ਨੇ, ਲੋਕ ਮੁਰਦਾਬਾਦ ਕਰਦੇ ਨੇ, ਪਿੰਡਾਂ 'ਚ ਵੜਨ ਨਹੀਂ ਦੇ ਰਹੇ। ਇਹਦੇ ਪਿੱਛੇ ਸਾਨੂੰ ਸੋਚਣਾ ਤਾਂ ਪਊਗਾ ਨਾ ਵੀ ਕਾਰਨ ਕੀ ਹੈ। ਅਸੀਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਪਿੱਠ ਦਿਖਾਈ ਹੈ ਜਿਹੜੇ ਲੋਕਾਂ ਦੇ ਅਸੀਂ ਨੁਮਾਇੰਦੇ ਸੀ। ਕੱਖੋਂ ਹੌਲੇ ਕਿਉਂ ਹੋ ਜਾਂਦੇ ਸੀ ਸਿਆਸਤਾਂ? ਇਹ ਸੁਖਨੈਬ ਜੀ, ਕੱਖੋਂ ਹੌਲੇ ਇਹ ਹੈ ਕਿ ਪਿਛਲੇ ਸਮੇਂ 'ਚ ਤੁਸੀਂ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ, ਅਸੀਂ ਸਰਦਾਰ ਤੋੜ ਸਾਹਿਬ ਨੂੰ ਵੀ ਦੇਖਿਆ, ਜੈਦਰ ਤਲਵੰਡੀ ਨੂੰ ਵੀ ਦੇਖਿਆ ਜੀ, ਟੋੜਾ ਸਾਹਿਬ ਨੂੰ ਵੀ ਦੇਖਿਆ, ਪ੍ਰੇਮ ਸਿੰਘ ਲਾਲਪੁਰਾ ਜੀ ਨੂੰ ਵੀ ਦੇਖਿਆ, ਰੱਬ ਭਲਾ ਕਰੇ ਜੈਦਰ ਜਗਦੇਵ ਸਿੰਘ ਤਲਵੰਡੀ ਨੂੰ ਵੀ ਦੇਖਿਆ, ਲੋਹਪੁਰਸ਼ ਸਾਹਿਬ ਨੂੰ। ਇਹਨਾਂ ਸਾਰੇ ਬੰਦਿਆਂ ਇਨਸਾਨਾਂ ਨੂੰ ਜੇ ਤੁਸੀਂ ਅੱਜ ਵੀ ਦੇਖੋਗੇ ਤਾਂ ਇਹਨਾਂ ਦੀਆਂ ਜਾਇਦਾਦਾਂ, ਇਹਨਾਂ ਦੇ ਘਰ-ਬਾਰ, ਇਹਨਾਂ ਦਾ ਜਿਹੜਾ ਰਹਿਣ ਸਹਿਣ ਹੈ ਉਸ ਜਥੇਬੰਦੀ ਦੇ ਸਿਧਾਂਤਾਂ ਦੇ ਅਨੁਕੂਲ ਹੈ। ਸਹੀ। ਤਾਂ ਜਦੋਂ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਜਥੇਬੰਦੀ ਤੇ ਆਏ, ਦੇਖੋ ਮੈਂ ਵੀ ਇਹਦਾ ਮੁੱਢਲਾ ਜਦੋਂ ਇਹ ਪ੍ਰਧਾਨ ਬਣਾਇਆ ਤੇ ਮੈਂ ਵੀ ਉਸ ਅਜਲਾਸ ਦੇ ਵਿੱਚ ਬਤੌਰ ਡੈਲੀਗੇਟ ਸੀ ਜੀ। ਪਰ ਸਾਰੇ ਜਦੋਂ ਆਪਾਂ ਕਿਸੇ ਇਨਸਾਨ ਨੂੰ ਜ਼ਿੰਮੇਵਾਰੀ ਸੌਂਪਦੇ ਆ, ਉਦੋਂ ਪਤਾ ਨਹੀਂ ਹੁੰਦਾ ਕਿ ਇਹ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਊਗਾ। ਸਾਰਿਆਂ ਨੇ ਬੜੀਆਂ ਉਮੀਦਾਂ ਨਾਲ ਮਤਲਬ ਜ਼ਿੰਮੇਵਾਰੀ ਦਿੱਤੀ। ਇਹ ਉਮੀਦਾਂ ਸੀ ਜਾਂ ਲਾਲਚ ਸੀਗਾ ਸੁਖਬੀਰ ਜੀ ਪ੍ਰਧਾਨ ਬਣ ਗਏ ਕਿ ਸਾਡੇ ਸੂਤ ਆ ਜਾਊਗਾ ਜਿੰਨੇ ਵੀ ਲੋਕ ਹੋਣ? ਨਹੀਂ, ਕਿਉਂਕਿ ਉਸ ਸਮੇਂ ਦੇ ਵਿੱਚ ਹਰ ਸਮੇਂ 'ਚ ਇਹ ਹੁੰਦਾ ਕਿ ਯਾਰ ਨੌਜਵਾਨ ਨੂੰ ਅੱਗੇ ਲਿਆਂਦਾ ਜਾਵੇ, ਸ਼ਕਤੀ ਹੁੰਦੀ ਹੈ, એનર્ਜੀ ਹੁੰਦੀ ਹੈ। ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਦੂਰ ਅੰਦੇਸ਼ੀ ਵੀ ਸੀ। ਇਹ ਵੀ ਸੀ ਕਿ ਚਲੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਜ਼ਿੰਦਗੀ ਦਾ ਤਜਰਬਾ ਹੈ ਜਿਹੜਾ ਇਹਨਾਂ ਕੋਲੇ ਜੀ ਬਿਹਤਰ ਹੈ। ਪਰ ਉਦੋਂ ਬਾਅਦ ਜਿਹੜੇ ਹਾਲਾਤ ਬਣੇ ਲਗਾਤਾਰ, ਜਿਹੜੀ ਮਨੁੱਖਤਾਵਾਦੀ ਪਹੁੰਚ ਵਾਲੇ ਲੋਕ ਸੀ, ਜਿਹੜੇ ਸਿੱਖ ਕੌਮ ਪ੍ਰਤੀ, ਪੰਥ ਪ੍ਰਤੀ ਦਰਦ ਰੱਖਣ ਵਾਲੇ ਲੋਕ ਸੀ, ਉਹਨਾਂ ਨੂੰ ਇਸ ਤਰੀਕੇ ਨਾਲ 1 ਬਾਏ 1 ਕਰਕੇ ਖੂੰਜੇ ਲਾਇਆ ਗਿਆ। ਔਰ ਜਿਹੜੇ ਕਰਪਟ, ਚਾਪਲੂਸ, ਗਰਜਾਂ ਨਾਲ ਵੱਜੇ ਹੋਏ ਲੋਕ ਸੀ, ਜਿਨ੍ਹਾਂ ਦਾ ਲੋਕਾਂ ਦੀ ਸੇਵਾ ਨਾਲ ਕੋਈ ਤਾਲੁਕ ਨਹੀਂ, ਸਿਰਫ ਆਪਦੀ ਸੇਵਾ ਨਾਲ ਤਾਲੁਕਾਤ ਹੈ, ਉਹਨਾਂ ਲੋਕਾਂ ਨੂੰ ਪ੍ਰਮੋਟ ਕਰਕੇ ਅੱਗੇ ਲੈ ਕੇ ਆਂਦਾ। ਜਿਹੜੇ ਹਲਕਾ ਇੰਚਾਰਜ ਸੀਗੇ ਜੀ ਉਹ 10 ਸਾਲ ਹਲਕੇ ਹੀ ਰਹੇ ਤੇ ਕੱਖੋਂ ਹਲਕਾ ਅਕਾਲੀ ਦਲ ਨੂੰ ਕਰਤਾ। ਉਸ ਮਾਮਲੇ ਨੂੰ ਕਦੇ ਪ੍ਰਧਾਨ ਜੀ ਦੇ ਧਿਆਨ 'ਚ ਨਹੀਂ ਕਿਸੇ ਨੇ ਲਿਆਂਦਾ ਸੀ ਜਾਂ ਫਿਰ ਉਹ ਸੁਣਦੇ ਹੀ ਨਹੀਂ ਇਹੋ ਜਿਹੀਆਂ ਗੱਲਾਂ? ਸੁਣਦੇ ਹੀ ਨਹੀਂ ਸੀ ਜੀ। ਜੇ ਤੁਸੀਂ ਹੈਰਾਨ ਹੋਵੋਗੇ, ਉਹਨਾਂ ਕੋਲ ਇੱਕ ਨਾ ਘੜਿਆ ਘੜਾਇਆ ਲਫ਼ਾਜ਼ ਹੈ। ਜਦੋਂ ਜਾ ਕੇ ਕਹੀਦਾ ਸੀ ਕਿ ਪ੍ਰਧਾਨ ਜੀ ਆਹ ਚੀਜ਼ ਸਾਨੂੰ ਪਰੇਸ਼ਾਨੀ ਦੇ ਰਹੀ ਹੈ ਤੇ ਇਹਨੂੰ ਆਪਾਂ ਇੱਦਾਂ ਕਰੀਏ, ਜਾਂ ਫਲਾਨਾ ਬੰਦਾ ਗਲਤ ਕੰਮ ਕਰ ਰਿਹਾ ਹੈ, ਜਾਂ ਫਲਾਨਾ ਧੱਕਾ ਕਰ ਰਿਹਾ ਹੈ, ਫਲਾਨਾ ਆਪਦੇ ਲਾਲਚ ਖਾਤਰ ਜਿਹੜੇ ਟਕਸਾਲੀ ਨੇ ਉਹਨਾਂ ਨੂੰ ਧੱਕੀ ਜਾ ਰਹੇ, ਤੁਸੀਂ ਮੇਰੇ ਨਾਲ ਰੱਖਿਆ ਕਰੋ, ਤੁਸੀਂ ਕਿਸੇ ਤੋਂ ਕੀ ਲੈਣਾ? ਅੱਛਾ, ਤੁਸੀਂ ਮੇਰੇ ਨਾਲ ਸਿੱਧੇ ਰੱਖਿਆ ਕਰੋ, ਤੁਸੀਂ ਮੇਰੇ ਤੋਂ ਕੀ ਲੈਣਾ? ਬੰਦਾ ਅੱਗੇ ਕੀ ਬੋਲੂਗਾ? ਦੇਖੋ ਤੁਸੀਂ, ਆਪਾਂ ਜਦੋਂ ਕੋਈ ਡਿਸਕਸ਼ਨ ਕਰਦੇ ਹਾਂ, ਆਪਾਂ ਕੋਈ ਉਸ ਕਿਸੇ ਸਿੱਟੇ ਤੇ ਪਹੁੰਚਣਾ ਹੁੰਦਾ ਹੈ ਕਿ ਯਾਰ ਆਹ ਇਸ਼ੂ ਹੈ, ਇਹਨੂੰ ਆਪਾਂ ਕਿੱਦਾਂ ਹੱਲ ਕਰੀਏ, ਸਿਧਾਂਤਕ ਤੌਰ ਤੇ ਆਪਣੀ ਪਾਰਟੀ ਦਾ ਸਿਧਾਂਤ ਕੀ ਹੈ, ਲੋਕ ਕੀ ਚਾਹੁੰਦੇ ਨੇ, ਕੇਂਦਰ ਕੀ ਚਾਹੁੰਦਾ ਹੈ, ਸਟੇਟ ਕੀ ਚਾਹੁੰਦੀ ਹੈ, ਇਹ ਸਾਰੀਆਂ ਗੱਲਾਂ ਦੇ ਸੰਦਰਭ 'ਚ ਆਪਾਂ ਉਹਨੂੰ ਸੋਚਣਾ ਵਿਚਾਰਨਾ ਹੁੰਦਾ। ਸੋਚਣ ਵਿਚਾਰਨ ਵਾਲਾ ਤਾਂ ਕੋਈ ਖਾਨਾ ਹੀ ਨਹੀਂ ਹੈਗਾ। ਇੱਕ ਹੋਰ ਤੁਹਾਡੀ ਮੈਂ ਜਾਣਕਾਰੀ 'ਚ ਵਾਧਾ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਪਾਰਟੀ ਦੇ ਵਿੱਚ ਇੱਕ ਵਰਕਰ ਕਲਚਰ ਸੀ ਜੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਪੇਡ ਕਲਚਰ ਲਿਆਂਦਾ। ਪੇਡ ਕਲਚਰ ਦੇ ਵਿੱਚ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ 'ਚ ਐਕਸਪਲੇਨ ਕਰਦਾ। ਵਰਕਰ ਕਲਚਰ 'ਚ ਕੀ ਹੁੰਦਾ ਹੈ ਕਿ ਉਦੋਂ ਪਹਿਲਾਂ ਜਿਹੜਾ ਬੰਦਾ ਵਰਕ ਕਰਦਾ ਹੈ ਉਹ ਅੱਗੇ ਜਾਂਦਾ ਹੈ। ਸਹੀ। ਇਹਨਾਂ ਨੇ, ਅਸੀਂ ਖੁਦ ਪਹਿਲਾਂ ਲੇਵੀ ਬਣਾਉਂਦੇ ਵੋਟਾਂ ਵੇਲੇ, ਫਿਰ ਪੋਸਟਰਾਂ ਨੂੰ ਕੰਧਾਂ ਤੇ ਚਿਪਕਾ ਕੇ ਆਉਂਦੇ, 5-5 7 ਜਾਣੇ ਗੱਡੀਆਂ 'ਚ ਬੈਠ ਕੇ ਜਾਂਦੇ ਜਾਂ ਮੋਟਰਸਾਈਕਲਾਂ ਤੇ ਜਾਂਦੇ, ਉਹਨੂੰ ਆਪਾਂ ਕੰਧਾਂ ਤੇ ਚਿਪਕਾ ਕੇ ਆਉਂਦੇ। ਮੰਨ ਲਓ ਸੁਖਨੈਬ ਸਾਹਿਬ, ਤੁਹਾਡੀ ਕੰਧ ਤੇ ਜਦੋਂ ਪੋਸਟਰ ਚਿਪਕਾਵਾਂਗੇ, ਤੁਸੀਂ ਬਾਹਰ ਨਿਕਲ ਕੇ ਪੁੱਛੋਗੇ, ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ, 50% ਤੁਹਾਡਾ ਅੰਦਾਜ਼ਾ ਲੱਗ ਜਾਂਦਾ ਕਿ ਤੁਸੀਂ ਸਾਡੇ ਨਾਲ ਹੋ ਕਿ ਸਾਡੇ ਵਿਰੁੱਧ ਹੋ। ਸਹੀ ਆ। ਠੀਕ ਹੈ। ਵਿਰੋਧ ਹੋਊ ਤਾਂ ਅਗਲਾ ਉਹਦੀ ਕਹਿੰਦੇ ਪੱਟ ਪਾਈ ਮੇਰੀ ਪੋਸਟ ਕੰਧ ਤੇ ਨਾ ਲਾ। ਤਾਂ ਇਹਨਾਂ ਨੇ ਉਹ ਚੀਜ਼ਾਂ ਬੰਦ ਕਰਕੇ, ਵਰਕਰ ਕਲਚਰ ਬੰਦ ਕਰਕੇ,
ਇਹ ਕਹਿੰਦੇ ਵੀ ਮੁੱਲ ਦਾ ਕੰਮ, ਵੀ ਕਿਸੇ ਨੇ ਠੇਕਾ ਕਰ ਲਿਆ ਵੀ ਆਹ ਲੈ ਭਾਈ ਲੱਖ ਪੋਸਟਰ ਤੂੰ ਸਾਰੇ ਸ਼ਹਿਰ ਚ ਲਾ ਦੇ। ਉਹ ਕਿਸੇ ਦੀ ਕੰਧ ਤੇ ਲਾਇਆ ਆ, ਕਿਤੇ 2 ਲਾਇਆ, ਕਿਤੇ 4 ਲਾਇਆ, ਉਹਨਾਂ ਪੇਡ ਕਲਚਰ ਆ ਗਿਆ। ਫਿਰ ਇਹਨਾਂ ਨੇ ਪ੍ਰਮੋਟ ਕੀਤਾ ਬੌਸ ਕਲਚਰ। ਅਸੀਂ ਪਹਿਲਾਂ ਕਹਿੰਦੇ ਸੀ ਕਿ ਜਥੇਦਾਰ ਜੀ ਆਏ ਨੇ, ਜਥੇਦਾਰ ਜੀ ਕੋਲੇ ਚੱਲੇ ਆ, ਉਦੋਂ ਬਾਅਦ ਆਇਆ ਪ੍ਰਧਾਨ ਜੀ ਕੋਲੇ ਚੱਲੇ ਆ, ਉਦੋਂ ਬਾਅਦ ਇਹਨਾਂ ਨੇ ਇੱਕ ਇਹੋ ਜਿਹੀ ਲੌਬੀ ਤਿਆਰ ਕਰ ਲਈ ਕਿ ਬੌਸ ਦਾ ਹੁਕਮ ਆਇਆ, ਬੌਸ ਨੇ ਆਹ ਗੱਲ ਕਹੀ ਹੈ। ਪੰਥ ਦੇ ਵਿੱਚ ਬੌਸ ਨਾਂ ਦੀ ਕੋਈ ਇਹ ਸ਼ਬਦ ਹੀ ਹੈ ਨਹੀਂ। ਬੌਸ ਸਾਡੀ ਡਿਕਸ਼ਨਰੀ ਹੋ ਰਿਹਾ ਹੈ। ਤਾਂ ਮੇਰੀ ਇੱਕ ਬਹੁਤ ਹੀ ਸੁਲਝੇ ਹੋਏ ਇਨਸਾਨ ਨਾਲ, ਜੋ ਅੱਜ ਕੱਲ੍ਹ ਹਲਕਾ ਇੰਚਾਰਜ ਵੀ ਨੇ ਕਿਸੇ ਜਗ੍ਹਾ ਦੇ, ਮੇਰੀ ਉਹਦੇ ਨਾਲ ਗੱਲ ਹੋਈ। ਮੈਂ ਕਿਹਾ ਯਾਰ ਵੀ ਇਹ ਬੌਸ ਸ਼ਬਦ ਆਪਣੇ ਪੰਥ ਦੇ ਵਿੱਚ ਕਦੋਂ ਦਾਖਲ ਹੋ ਗਿਆ? ਉਹ ਕਹਿੰਦੇ ਯਾਰ ਸਾਡਾ ਤਾਂ ਬੌਸ ਹੀ ਹੈ, ਅਸੀਂ ਤਾਂ ਬੌਸ ਆਖਾਂਗੇ। ਮੈਂ ਯਾਰ ਇਹ ਵਧੀਆ ਨਹੀਂ ਹੈਗਾ ਵੀ ਬੌਸ ਤਾਂ ਇੱਕ ਜਿਹੜਾ ਮੁਲਾਜ਼ਮ ਹੈ ਉਹ ਆਪਦੇ ਸੀਨੀਅਰ ਨੂੰ ਕਹਿੰਦਾ ਕਿ ਬੌਸ ਦਾ ਹੁਕਮ ਹੈ, ਉਹ ਉਦੋਂ ਸੀਨੀਅਰ ਨੂੰ ਕਹਿੰਦਾ ਕਿ ਮੇਰੇ ਬੌਸ ਦਾ ਹੁਕਮ ਹੈ। ਆਪਾਂ ਮੁਲਾਜ਼ਮ ਤਾਂ ਹੈ ਨਹੀਂ, ਆਪਾਂ ਤਾਂ ਸਾਰੇ ਪਾਰਟੀ ਦੇ ਨਿਰਸਵਾਰਥ ਸੇਵਾ ਕਰਨ ਵਾਲੇ ਵਰਕਰ ਹਾਂ। ਆਪਣਾ ਬੌਸ ਕਿਵੇਂ ਹੋ ਸਕਦਾ ਹੈ? ਆਪਣਾ ਲੀਡਰ ਹੈ, ਆਪਣਾ ਜਥੇਦਾਰ ਹੈ, ਆਪਣਾ ਆਗੂ ਹੈ, ਇਹ ਸ਼ਬਦ ਤਾਂ ਢੁਕਦੇ ਹੈ, ਪਰ ਬੌਸ ਸ਼ਬਦ ਤਾਂ ਆਪਾਂ ਮੁਲਾਜ਼ਮਤ ਵਾਸਤੇ ਚੱਲਦਾ। ਉਹ ਕਹਿੰਦੇ ਸਾਡੇ ਤਾਂ ਅਸੀਂ ਤਾਂ ਮੁਲਾਜ਼ਮ ਹੀ ਆ ਸਮਝੋ। ਤਾਂ ਹੁਣ ਮਤਲਬ ਅੱਛਾ ਫਿਰ ਤੁਸੀਂ ਹੋਰ ਦੇਖੋ, ਉੱਪਰੋਂ ਹੁਕਮ ਆਉਂਦਾ ਹੈ ਨਾ ਜੀ ਵੀ ਅੱਜ ਧਰਨੇ ਲਾ ਦਿਓ, ਸਾਰਿਆਂ ਨੇ ਧਰਨੇ ਲਾ ਦੇਣੇ, ਅੱਜ ਪੁਤਲੇ ਫੂਕ ਦਿਓ। ਮੈਂ ਵੀ ਫੂਕਦਾ ਰਿਹਾ। ਮੈਂ ਤੁਹਾਨੂੰ ਕਹਾਂ, ਮੈਂ ਜਦੋਂ ਜ਼ਿਲ੍ਹਾ ਪ੍ਰਧਾਨ ਸੀ ਜਥੇਬੰਦੀ ਦਾ, ਤਾਂ ਸਾਨੂੰ ਹੁਕਮ ਆ ਜਾਂਦਾ ਕਿ ਅੱਜ ਭਰਤਿੰਦਰ ਚਾਲ ਦਾ ਪੁਤਲਾ ਫੂਕ ਦਿਓ, ਅੱਜ 3 ਇਕੱਠੇ ਫੂਕ ਦਿਓ, ਤਾਂ 3 ਫੂਕ ਦਿਓ। ਤਾਂ ਇਹ ਗੱਲ ਦਿਮਾਗ 'ਚ ਚੱਲਦੀ ਰਹਿੰਦੀ ਸੀ ਕਿ ਯਾਰ ਵੀ ਸਾਡੀ ਰਹਿ ਕਿਉਂ ਨਹੀਂ ਲਈ ਜਾਂਦੀ? ਜਦੋਂ ਕੰਮ ਅਸੀਂ ਕਰਨਾ ਹੈ, ਪੁਤਲੇ ਅਸੀਂ ਫੂਕਣੇ ਆ, ਪੁਤਲੇ ਬਣਾਉਣੇ ਅਸੀਂ ਆ, ਸਾਨੂੰ ਪੁੱਛੇ ਤਾਂ ਜਾਵੇ। ਅੱਛਾ ਜਿਹੜੀ ਹੁਣ ਨਾਮਾਂ ਦੀਆਂ ਕੋਰ ਕਮੇਟੀਆਂ ਬਣਦੀਆਂ ਹਨ ਵੀ ਆ ਜੀ ਐਗਜ਼ੈਕਟਿਵ ਕਮੇਟੀ ਬਣਾ ਲਈ, ਕੋਰ ਕਮੇਟੀ ਬਣਾ ਲਈ, ਜਾਂ ਹਲਕਾ ਇੰਚਾਰਜ ਬਣਾ ਲਏ, ਜਾਂ ਆਹ ਪ੍ਰਧਾਨ, ਮੈਂ ਕਹਿਣਾ ਦਾਅਵੇ ਨਾਲ ਮੈਂ ਕਹਿਣਾ ਗੁਰੂ ਮਹਾਰਾਜ ਕਨੇ ਉਹ ਹੱਥ ਕਰਕੇ ਕਹਿ ਦੇਣ ਵੀ ਇਹਨਾਂ ਨੂੰ ਕਿਸੇ ਨੂੰ ਪੁੱਛਿਆ ਜਾਂਦਾ ਹੋਵੇ ਕਿ ਭਾਈ ਤੁਹਾਨੂੰ ਪੁੱਛ ਕੇ ਕੋਈ ਮਤਲਬ ਪ੍ਰੋਗਰਾਮ ਬਣਦਾ ਹੋਵੇ। ਇਹ ਗੱਲ ਵੱਖਰੀ ਕਿ ਹੁਣ ਬਣ ਗਿਆ ਹੋਵੇ ਆ 1-2 ਵਾਰੀਆਂ 'ਚ, ਕਿਉਂਕਿ ਹਾਲਾਤ ਹੀ ਇਹੋ ਜਿਹੇ ਬਣ ਗਏ, ਠੀਕ ਹੈ। ਤੇ ਕਿਸੇ ਨੂੰ ਨਹੀਂ ਪੁੱਛਿਆ ਜਾਂਦਾ, ਇੱਕ ਹੁਕਮ ਆ ਜਾਂਦਾ ਬਣਿਆ ਬਣਾਇਆ। 5-4 ਇਹ ਜਿਹੜੇ ਪੇਡ ਕਲਚਰ ਵਾਲੇ ਬੰਦੇ ਨੇ ਇਹ ਹੁਕਮ ਦੇ ਦਿੰਦੇ ਆ ਕਿ ਜੀ ਆ ਹੈ, ਤੇ ਉਹ ਥੱਲੇ ਵਰਕਰਾਂ ਨੂੰ ਆ ਜਾਂਦਾ। ਅੱਛਾ, ਪੇਡ ਵੋਟਾਂ ਵੀ ਖਰੀਦਦੇ ਰਹੇ ਫਿਰ ਤੁਸੀਂ? ਮੈਂ ਆਪਦੀ ਮਤਲਬ ਹੱਥ ਨਾਲ ਅੱਜ ਤੱਕ ਨਾ ਮੈਂ ਕਿਸੇ ਇਸ ਧੰਦੇ ਦੇ ਵਿੱਚ ਪਿਆ ਖਰੀਦਣ ਵਾਲੇ 'ਚ, ਪਰ ਖਰੀਦਦੇ ਜ਼ਰੂਰ ਹੈ, ਉਹ ਮੇਰੀਆਂ ਅੱਖਾਂ ਦੇ ਸਾਹਮਣੇ ਹੁੰਦਾ ਜ਼ਰੂਰ ਹੈ, ਪਰ ਮੈਂ ਨਹੀਂ ਇਸ ਗੱਲ 'ਚ ਪਿਆ। ਇਹਦੇ ਵਿੱਚ ਵੀ ਇੱਕ ਨਾ ਸੁਖਨੈਬ ਜੀ ਇੰਟਰਸਟਿੰਗ ਹੈਗਾ ਵਿਸ਼ਾ ਜੀ। ਇੱਕ ਬਹੁਤ ਹੀ ਪਿਆਰਾ ਮਿੱਤਰ ਮੇਰਾ ਆਫਿਸਰ ਰੈਂਕ ਦੇ ਵਿੱਚ ਸੀ, ਹੈ ਉਹ ਵੀ ਸਾਫ ਸੁਥਰਾ ਇਨਸਾਨ। ਮੈਂ ਉਹਨਾਂ ਨੂੰ ਪੁੱਛਿਆ ਕਿ ਭ੍ਰਿਸ਼ਟਾਚਾਰ ਹੈ ਜਿਹੜਾ ਇਹ ਇੰਨਾ ਕਿਉਂ ਫੈਲ ਗਿਆ, ਖਾਸ ਕਰਕੇ ਬਾਕੀ ਸਟੇਟਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਕਿਉਂ ਜੀ? ਉਹ ਮੈਨੂੰ ਕਹਿੰਦਾ ਵੀ ਡਿਸਕਸ਼ਨ ਦੇ ਵਿੱਚੋਂ ਗੱਲਾਂ ਚੱਲੀਆਂ ਰਹਿ ਨੇ, ਉਹ ਕਹਿੰਦੇ ਵੀ ਪਹਿਲਾਂ ਕੀ ਸੀਗਾ ਕਿ ਸਾਡੀ ਲੌਬੀ ਜਿਹੜੀ ਅਫਸਰ ਲੌਬੀ ਸੀ ਇਹ ਥੋੜਾ ਬਹੁਤਾ ਭ੍ਰਿਸ਼ਟਾਚਾਰ ਕਰਦੀ ਸੀ। ਇਹ ਜਦੋਂ ਭ੍ਰਿਸ਼ਟਾਚਾਰ ਕਰਦੇ ਤਾਂ ਜਿਹੜਾ ਲੀਡਰ ਹੁੰਦਾ ਹਲਕੇ ਦਾ ਜਾਂ ਪੰਜਾਬ ਦਾ, ਉਹ ਜਦੋਂ ਲੋਕਾਂ 'ਚ ਜਾਂਦਾ ਤਾਂ ਲੋਕ ਉਸ ਲੀਡਰ ਨੂੰ ਕਹਿੰਦੇ ਜੀ ਆਹ ਅਫਸਰ ਸਾਡੇ ਕੰਮ ਨਹੀਂ ਕਰਦਾ, ਇਹ ਪੈਸੇ ਲੈ ਕੇ ਕੰਮ ਕਰਦਾ ਹੈ। ਉਸ ਅਫਸਰ ਨੇ ਦੇਖਿਆ ਕਿ ਯਾਰ ਇਹ ਲੀਡਰ ਮੇਰੇ ਤੇ ਰੋਹ ਮਾਰਦਾ ਹੈ, ਜਾਂ ਮੈਨੂੰ ਘੂਰਦਾ ਹੈ, ਜਾਂ ਮੇਰੀ ਟਰਾਂਸਫਰ ਕਰਦਾ ਹੈ, ਜਾਂ ਮੈਨੂੰ ਸਸਪੈਂਸ਼ਨ ਕਰਦਾ ਹੈ, ਜਾਂ ਮੈਨੂੰ ਸੋਕਾਜ ਨੋਟਿਸ ਕਰਦਾ ਹੈ ਨਾ ਜੀ। ਤਾਂ ਉਹਨੇ ਦੇਖਿਆ ਵੀ ਯਾਰ ਜੇ ਮੈਂ 5000 ਲੈਣਾ 1000 ਇਹਨੂੰ ਦੇ ਦਿਆ ਕਰਾਂ, ਮੇਰੀ ਕੀ ਜਾਨ ਨਿਕਲਦੀ ਹੈ। ਉਹਨਾਂ ਨੇ ਕਹਿੰਦਾ ਅਫਸਰਾਂ ਨੇ ਜਿਹੜੇ ਭ੍ਰਿਸ਼ਟ ਅਫਸਰ ਸੀ ਉਹਨਾਂ ਨੇ ਲੀਡਰਾਂ ਨੂੰ ਚਾਟ ਤੇ ਲਾ ਲਿਆ। ਲੀਡਰ ਮਤਲਬ ਉਵੇਂ ਢਲ ਗਏ, ਨਾਲ ਗੱਲ ਕਰਨੋਂ ਹਟ ਗਏ, ਉਹਨਾਂ ਨੂੰ ਘੂਰ ਨੂੰ ਹਟ ਗਏ, ਉਹਨਾਂ ਤੇ ਐਕਸ਼ਨ ਲੈਣੋਂ ਹਟ ਗਏ। ਤਾਂ ਜਦੋਂ 5 ਸਾਲਾਂ ਤੋਂ ਵੋਟ ਲੈਣ ਜਾਂਦੇ ਤਾਂ ਥੱਲੇ ਜਿਹੜੇ ਵਰਕਰ ਹੁੰਦੇ ਸੀ ਜਾਂ ਜਿਹੜੇ ਲੋਕ ਹੁੰਦੇ ਸੀ, ਵੋਟਰ ਹੁੰਦੇ ਸੀ ਹੈ ਨਾ, ਉਹ ਰੌਲਾ ਪਾਉਂਦੇ ਸੱਥਾਂ 'ਚ ਇਕੱਠਾਂ 'ਚ ਕਿ ਆ ਜਿਹੜੇ ਬੰਦੇ ਨੂੰ ਨਾਲ ਭਾਈ ਬੈਠੇ ਹੋ ਪ੍ਰਧਾਨ ਜੀ, MLA ਸਾਹਿਬ, ਇਹ ਤਾਂ ਸਾਨੂੰ ਲੁੱਟ ਕੇ ਖਾ ਗਿਆ। ਤਾਂ ਇਹਨਾਂ ਦੋਨਾਂ ਧਿਰਾਂ ਨੇ, ਅਫਸਰ ਨੇ ਤੇ ਲੀਡਰ ਨੇ, ਇਹਨਾਂ ਨੇ ਸੋਚਿਆ
ਬਿਊਰੋਕ੍ਰੇਸੀ ਨੇ, ਇਹਨਾਂ ਨੇ ਸੋਚਿਆ ਕਿ ਯਾਰ ਵੀ ਇਹ ਲੋਕਾਂ ਕੋਲੇ ਜਦੋਂ 5 ਸਾਲਾਂ ਬਾਅਦ ਜਾਂਦੇ ਆ, ਸਹੀ। ਇਹ ਸਾਨੂੰ ਪਰੇਸ਼ਾਨੀ ਕ੍ਰੀਏਟ ਕਰਦੇ ਆ, ਕਿਉਂ ਨਾ ਆਪਾਂ ਇਹਨਾਂ ਨੂੰ ਵੀ ਇਨਵੋਲਵ ਕਰ ਲਈਏ ਵਿੱਚ। ਤਾਂ ਉਹਨਾਂ ਨੇ ਕੀ ਕੀਤਾ, 5 ਸਾਲਾਂ ਬਾਅਦ ਜਦੋਂ ਉਹਨਾਂ ਨੇ ਵੋਟਾਂ ਲੈਣ ਜਾਣੀਆਂ, ਤਾਂ ਜਿਹੜਾ ਪਿੰਡ ਦਾ ਚੌਧਰੀ ਹੁੰਦਾ ਹੈ ਨਾ, ਜਾਂ ਜਿਹੜਾ ਵੀ ਆਗੂ ਹੁੰਦਾ ਹੈ, ਜਾਂ ਜਿਹਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਨਾ, ਉਹਨੂੰ ਉਹ ਦੇ ਆਉਂਦੇ ਆ ਵੀ ਆ ਲੈ ਵੀ ਫਲਾਨਾ ਸਿਆਂ ਵਾਲਾ 2 ਲੱਖ ਦਿੱਤਾ, ਤੈਨੂੰ 5 ਲੱਖ ਦਿੱਤਾ, ਆ ਵੋਟਾਂ ਖਰੀਦ ਲਈ ਜਿਹੜੀਆਂ ਜਿਹੜੀਆਂ ਤੈਨੂੰ ਵਿਕਾਊ ਹੋਈਆਂ ਸਾਰੀਆਂ ਪਾਰਟੀਆਂ ਹਨ। ਹਾਂਜੀ। ਉਹ ਜਦੋਂ ਵੋਟਾਂ ਖਰੀਦਦੇ ਆ, ਖਰੀਦ ਕੇ ਪਵਾ ਦਿੰਦੇ ਆ, ਉਹ ਬੰਦਾ ਜਿੱਤ ਗਿਆ। ਹੁਣ ਉਹ ਪੂਰਾ ਚੌੜਾ ਹੋਇਆ ਜਾਂਦਾ ਵੀ ਜੀ ਮੈਂ ਆਪਦੀਆਂ ਵੋਟਾਂ ਵਧਾਤੀਆਂ ਤੇ ਆਹ ਮੇਰੇ ਬੰਦੇ ਦਾ ਕੰਮ ਹੈ, ਇਹ ਕਰੋ। ਉਹ ਕਹਿੰਦਾ ਵੀ ਇਹ ਕੰਮ ਤਾਂ ਨਹੀਂ ਹੁੰਦਾ। ਨਾਲ ਜਿਹੜਾ ਅਫਸਰ ਬੈਠਾ ਹੁੰਦਾ ਉਹ ਕਹਿੰਦਾ ਜੀ ਨਹੀਂ ਹੁੰਦਾ ਇਹ। ਉਹ ਕਹਿੰਦਾ ਕਿਉਂ ਨਹੀਂ ਹੁੰਦਾ ਜੀ, ਅਸੀਂ ਤੁਹਾਨੂੰ ਵੋਟਾਂ ਪਵਾਈਆਂ ਇੰਨਾ ਪਤਾ। ਉਹ ਕਹਿੰਦਾ ਯਾਰ ਮੈਨੂੰ ਪਤਾ ਮੈਂ ਵੋਟਾਂ ਕਿਵੇਂ ਲਈਆਂ। ਸਹੀ। ਵੋਟਾਂ ਤਾਂ ਮੈਂ ਪੈਸੇ ਨਾਲ ਲਈਆਂ। ਤਾਂ ਇੱਕ ਕੀ ਹੋ ਗਿਆ, ਉਹਨੇ ਥੱਲੜਾ ਵਰਕਰ ਵੀ ਕਰਪਟ ਕਰਤਾ, ਤਿੰਨਾਂ ਦਾ ਇੱਕ ਚੈਨਲ ਬਣ ਗਿਆ। ਮਾਰਿਆ ਕੌਣ ਗਿਆ? ਵੋਟਰ। ਸਹੀ। ਜਿਹੜਾ ਆਮ ਲੋਕ ਸੀਗੇ ਜਿਨ੍ਹਾਂ ਨੂੰ ਉਮੀਦਾਂ ਹੁੰਦੀਆਂ ਸੀ, ਤੇ ਉਹ ਵੋਟਰ ਹੈ ਜਿਹੜਾ ਉਹ ਬਿਲਕੁਲ ਨਪੀੜ ਕੇ ਰੱਖਤਾ, ਕਿਉਂਕਿ ਇੱਕ ਕੜੀ ਬਣ ਗਈ ਕਰਪਟ ਲੋਕਾਂ ਦੀ ਥੱਲੇ ਤੋਂ ਲੈ ਕੇ ਤਾਂ ਤੱਕ, ਜਿਹਦਾ ਸਿੱਟਾ ਇਹ ਹੈ ਕਿ ਅੱਜ ਦੇਖੋ ਕਿਸਾਨੀ ਅੰਦੋਲਨ ਹੈ ਜਿਹੜਾ, ਇਹ ਐਸ ਨੌਬਤ ਤੇ ਪਹੁੰਚ ਗਿਆ ਕਿ ਪਿੰਡ ਦੇ ਘੜਮ ਚੌਧਰੀ, ਜਿਹੜੇ ਪਿੰਡ ਦੇ ਕਰਪਟ, ਜਿਹੜੇ ਅੱਡ ਅੱਡ ਪਾਰਟੀਆਂ ਦੇ ਮਤਲਬ ਆਗੂ ਨੇ ਤੇ ਅਫਸਰ ਨੇ ਤੇ ਵੱਡੇ ਲੀਡਰ ਨੇ, ਤਿੰਨਾਂ ਨੂੰ ਇਹ ਕਿਸਾਨ ਯੂਨੀਅਨਾਂ ਜਾਂ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਅੰਦੋਲਨ ਆਪਦੇ ਵਿੱਚ ਵੜਨ ਨਹੀਂ ਦੇ ਰਹੀਆਂ। ਸਹੀ। ਇਹ ਸਿਰਫ ਉਸੇ ਗੱਲ ਦਾ ਸਿੱਟਾ ਹੈ। ਜੇ ਕਿਤੇ ਇਹ ਸਾਰੀਆਂ ਗੱਲਾਂ ਅਸੀਂ ਜਿਹੜੀਆਂ, ਖਾਸ ਕਰਕੇ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੂੰਗਾ, ਕਿਉਂਕਿ ਮੈਂ ਕਈ ਵਾਰੀ ਪੁੱਛਦਾ ਹੁੰਦਾ ਕਿ ਸਭ ਤੋਂ ਪੁਰਾਣੀ ਆਪਾਂ ਪਾਰਟੀ ਕਹਿੰਦੇ ਹਾਂ ਕਿ ਕਾਂਗਰਸ 1885 ਚ ਬਣੀ ਜੀ, ਉਦੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਉਂਦੀ ਹੈ, ਸਭ ਤੋਂ ਪੁਰਾਣੀ ਪਾਰਟੀ, 100 ਸਾਲ ਹੋ ਗਿਆ ਜੀ। ਮੈਂ ਸਾਡੇ ਬੰਦਿਆਂ ਨੂੰ ਕਈ ਵਾਰੀ ਪੁੱਛਦਾ, ਕੁਐਸਚਨ ਕਰਦਾ, ਜਿਹੜੇ ਨਵੇਂ ਮੁੰਡੇ ਆਏ ਜਾਂ ਮਤਲਬ ਸਿਰਫ ਜਿੰਦਾਬਾਦ ਹੀ ਕਰਦੇ ਆ, ਇੱਥੋਂ ਕੰਮ ਨਹੀਂ ਲੈਂਦੇ, ਤੇ ਮੈਂ ਕਿਹਾ ਵੀ ਮੈਨੂੰ ਐਂ ਦੱਸੋ ਵੀ ਕਾਂਗਰਸ ਮਾੜੀ ਪਾਰਟੀ ਸੀ ਤੇ ਅਕਾਲੀ ਦਲ ਖੜਾ ਹੋਇਆ, ਆਪਾਂ ਵੀ ਜੇ ਉਵੇਂ ਝੂਠ ਤੂਫਾਨ, ਲਾਰਾ ਲੱਪਾ, ਪੈਸੇ, ਨਸ਼ੇ, ਸਾਰੀਆਂ ਚੀਜ਼ਾਂ ਵੰਡ ਕੇ ਸੱਤਾ ਦੀ ਪ੍ਰਾਪਤੀ ਕਰਨੀ ਹੈ, ਤੇ ਉਹੀ ਚੀਜ਼ ਕਾਂਗਰਸ ਕਰਕੇ ਕਰਦੀ ਹੈ, ਫਿਰ ਆਪਣੇ ਦੋਨਾਂ 'ਚ ਫਰਕ ਕੀ ਹੋਇਆ? ਸਹੀ। ਫਿਰ ਜਥੇਬੰਦੀਆਂ ਅੱਡ ਅੱਡ ਕਿਉਂ ਬਣਾਈਆਂ? ਕਿਉਂਕਿ ਕਾਰਜ ਅਸੀਂ ਸੇਮ ਕਰਦੇ ਹਾਂ, ਫਿਰ ਸਾਡੇ ਦੋਨਾਂ 'ਚ ਫਰਕ ਕੀ ਹੈ? ਅਸੀਂ ਫਰਕ ਦੱਸਣਾ ਹੈ ਕਿ ਉਹ ਗੁਰੂ ਤੋਂ ਦੂਰ ਨੇ, ਅਸੀਂ ਗੁਰੂ ਦੇ ਭੈ 'ਚ ਹਾਂ, ਠੀਕ ਹੈ ਕਿ ਨਹੀਂ? ਅਸੀਂ ਮਨੁੱਖਤਾਵਾਦੀ ਸੋਚ ਰੱਖਦੇ ਹਾਂ, ਉਹ ਮਨੁੱਖਤਾ ਨੂੰ ਲੁੱਟਣ ਦੀ ਗੱਲ ਕਰਦੇ ਆ। ਵੀ ਕੋਈ ਫਰਕ ਤਾਂ ਰੱਖੋ ਨਾ। ਅਸੀਂ ਸਿਰਫ ਸੱਤਾ ਨੂੰ ਮੁੱਖ ਰੱਖ ਲਿਆ ਕਿ ਅਸੀਂ ਐਸੇ ਝੂਠ ਤੂਫਾਨ ਮਾਰ ਕੇ ਕੁਰਸੀ ਤੇ ਅਸੀਂ ਬੈਠਣਾ, ਉਹੀ ਝੂਠ ਤੂਫਾਨ ਮਾਰ ਕੇ ਕੁਰਸੀ ਤੇ ਉਹ ਬੈਠੇ। ਇਹਦਾ ਮਤਲਬ ਕੁਰਸੀ ਬੈਠਣ ਵਾਸਤੇ ਅਸੀਂ ਲੋਕਾਂ ਨੂੰ ਝੂਠ ਤੂਫਾਨ ਮਾਰਨਾ ਹੈ, ਫਰਕ ਤਾਂ ਕੋਈ ਹੈ ਨਹੀਂ। ਇਹ ਢੀਂਡਸਾ ਹੋਰਾਂ ਦੇ ਨਾਲ ਤੁਸੀਂ ਗਏ ਹੋ, ਇਹ ਵੀ ਤਾਂ ਅਕਾਲੀ ਦਲ ਚੋਂ ਆਏ, ਇਹਨਾਂ ਦਾ ਕੀ ਫਰਕ ਹੈ? ਹਾਂ, ਇਹ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਇਹਦੇ ਵਿੱਚ ਇਹ ਲੈਣਾ ਕਿ ਪੰਜਾਬ ਨੂੰ ਬਚਾਉਣ ਵਾਸਤੇ ਮੇਰੇ ਮਨ 'ਚ ਹੈ ਕਿ ਮੇਰੀ ਵਿਚਾਰਧਾਰਾ ਹੈ ਜਾਂ ਮੇਰੀ ਸੋਚ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਪੰਜਾਬ ਨੂੰ ਬਚਾਉਣ ਵਾਸਤੇ ਖੇਤਰੀ ਪਾਰਟੀ ਹੀ ਬੈਟਰ ਕੰਮ ਕਰ ਸਕਦੀ ਹੈ। ਨੈਸ਼ਨਲ ਪਾਰਟੀ ਦੇ ਇੰਟਰਸਟ ਹੈ ਜਿਹੜੇ, ਉਹ ਖੇਤਰੀ ਪਾਰਟੀਆਂ ਨਾਲ ਕਲੈਸ਼ ਕਰਦੇ ਆ, ਹਮੇਸ਼ਾ ਕਰਨਗੇ, ਕਿਉਂਕਿ ਨੈਸ਼ਨਲ ਪਾਰਟੀ ਨੇ ਸਾਰੇ ਹਿੰਦੁਸਤਾਨ ਨੂੰ ਮੁੱਖ ਰੱਖ ਕੇ ਚੱਲਣਾ ਹੈ, ਖੇਤਰੀ ਪਾਰਟੀ ਨੇ ਆਪਦੇ ਖੇਤਰ ਨੂੰ ਮੁੱਖ ਰੱਖ ਕੇ ਚੱਲਣਾ ਹੈ। ਤਾਂ ਮੈਨੂੰ ਇਹ ਲੱਗਦਾ ਸੀ ਕਿ ਮੌਜੂਦਾ ਦੌਰ 'ਚ ਦੇਖੋ, ਕਾਂਗਰਸ ਪਹਿਲੇ ਹੀ ਨੈਸ਼ਨਲ ਪਾਰਟੀ ਹੈ, ਦੂਜਾ ਉਹਦੇ ਇੰਟਰਸਟ ਆਪਣੇ ਨਾਲ ਕਲੈਸ਼ ਕਰਦੇ ਆ। ਸਹੀ। ਤਾਂ ਅਕਾਲੀ ਦਲ ਇੱਕ ਵਾਹਦ ਜਥੇਬੰਦੀ ਸੀ ਜਿਹੜੀ ਸਟੇਟ ਦੀ ਨੁਮਾਇੰਦਗੀ ਕਰਦੀ ਸੀ ਤੇ ਇਹਦੀ ਖਾਤਰ ਲੜਦੀ ਮਰਦੀ ਸੀ। ਸਹੀ। ਜਦੋਂ ਇਹ ਸਿਧਾਂਤ ਛੱਡ ਗਏ, ਦੇਖੋ ਇਹਨਾਂ ਨੇ ਨਿੱਕੀਆਂ ਨਿੱਕੀਆਂ ਗੱਲਾਂ, ਮੈਂ ਜੇ ਤੁਹਾਨੂੰ ਕਹਾਂ ਕਿ ਆਨੰਦਪੁਰ ਦਾ ਮਤਾ, ਤੁਹਾਨੂੰ ਵੀ ਮੈਂ ਬੇਨਤੀ ਕਰੂੰਗਾ ਕਿ 18 ਕੁ ਚੀਜ਼ਾਂ ਨੇ, ਉਹ ਪੜ੍ਹਿਓ ਤੁਸੀਂ ਜੀ। ਉਹਦੇ 'ਚ ਬਹੁਤ ਛੋਟੀ ਗੱਲ ਸੀ ਕਿ ਦਰਬਾਰ ਸਾਹਿਬ ਤੋਂ ਗੁਰਬਾਣੀ ਰਿਲੇ ਕਰਨਾ, ਹੈ ਨਾ? ਹਾਂਜੀ। ਕੋਈ ਗੱਲ ਨਹੀਂ ਸੀ ਨਾ, ਇਹ ਕੋਈ ਵੱਡੀ ਮੰਗ ਨਹੀਂ ਸੀ ਨਾ। ਅਸੀਂ ਟਰਾਂਸਮਿਸ਼ਨ ਰਿਲੇ ਵੀ ਕਰ ਰਹੇ ਹਾਂ, ਪਰ ਕਰ ਕਾਸਤੇ ਰਹੇ ਹਾਂ ਆਪਦੇ ਚੈਨਲ ਤੇ, ਆਪਦੇ ਚੈਨਲ ਤੇ। ਸਾਡੀ ਗੁਰਬਾਣੀ ਹੈ, ਸਾਡਾ, ਅਸੀਂ ਇਹ ਕਹਿੰਦੇ ਆ ਕਿ ਯਾਰ ਸਾਰੀ ਦੁਨੀਆ 'ਚ ਫੈਲਾਓ ਹੋਵੇ,
ਤਾਂ ਫਿਰ ਯਾਰ ਹਰ ਚੈਨਲ ਨੂੰ ਉੱਥੇ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਜਿਹੜਾ ਮਰਜ਼ੀ ਖੁੱਲਾ ਆਪਦਾ ਰਿਲੇ ਕਰੇ, ਜੋ ਮਰਜ਼ੀ ਕਰੇ, ਤੁਸੀਂ ਉਹਦੀਆਂ ਪਾਬੰਦੀਆਂ ਇਹ ਲਾ ਦਿਓ ਕਿ ਇਹਦੇ ਤੇ ਐਡਵਰਟਾਈਜ਼ਮੈਂਟ ਆ ਨਹੀਂ ਦੇਣੀ, ਠੀਕ ਹੈ ਨਾ। ਪਰ ਆ ਕੀ ਹੋਇਆ ਕਿ ਜੇ ਸਾਡੀ ਚੀਜ਼ ਆ ਉਹਨੂੰ ਅਸੀਂ ਹੀ ਦਿਖਾਵਾਂਗੇ, ਹੋਰ ਕੋਈ ਦਿਖਾ ਨਹੀਂ ਸਕਦਾ, ਹਨਾ। ਵੀ ਇਹ ਨਿੱਕੀਆਂ ਨਿੱਕੀਆਂ ਜਿਹੜੀਆਂ ਚੀਜ਼ਾਂ ਸੀ ਨਾ ਆਨੰਦਪੁਰ ਦੇ ਮਤੇ ਵਾਲੀਆਂ, ਉਹ ਸਾਰੀਆਂ ਨੂੰ ਅਸੀਂ ਛੱਡ ਗਏ। ਚੰਡੀਗੜ੍ਹ ਵੀ ਯਾਦ ਹੈ ਕਿ ਨਹੀਂ ਜੀ? ਬਿਲਕੁਲ, ਸਾਡੇ ਤਾਂ ਅੱਜ ਵੀ ਯਾਦ ਹੈ। ਹਿੰਦੁਸਤਾਨ ਕੀ ਦੁਨੀਆ ਦੀ ਇੱਕੋ ਇੱਕ ਸਟੇਟ ਹੈ, ਪੰਜਾਬ ਸਟੇਟ, ਜਿਹਦੀ ਕੋਈ ਆਪਦੀ ਰਾਜਧਾਨੀ ਨਹੀਂ। ਦੱਸੋ ਕਿਹੜੀ ਸਟੇਟ ਹੈ ਜਿਹਦੀ ਰਾਜਧਾਨੀ ਨਾ ਹੋਵੇ? ਉਹ ਤਾਂ ਹਰਿਆਣਾ ਵੀ ਹੈ ਜੀ। ਚਲੋ ਉਹ ਤਾਂ ਆਪਾਂ ਆਪਣਾ ਪਾਰਟ ਸਮਝਦੇ ਆ ਨਾ, ਆਪਾਂ ਆਪਣਾ ਪਾਰਟ ਸਮਝਦੇ ਆ ਕਿ ਹਰਿਆਣਾ ਸਾਡਾ ਛੋਟਾ ਭਰਾ ਹੈ, ਸਾਡੇ ਚੋਂ ਨਿਕਲਿਆ, ਠੀਕ ਹੈ ਨਾ। ਪਰ ਛੋਟਾ ਭਰਾ ਵੀ ਕਦੇ ਕਦੇ ਗੰਡਾਸਾ ਖਿੱਚੀ ਬੈਠਾ ਨਹੀਂ, ਉਹਦਾ ਕੀ ਕਸੂਰ ਹੈ? ਉਹਦਾ ਕੀ ਕਸੂਰ ਹੈ ਕਿ ਸਾਡੀਆਂ ਜਿਹੜੀਆਂ ਰਹਿਨਮਾਈ ਕਰਨ ਵਾਲੀਆਂ ਪਾਰਟੀਆਂ ਨੇ, ਸਾਡੀ ਅਗਵਾਈ ਕਰਨ ਵਾਲੀਆਂ ਪਾਰਟੀਆਂ ਨੇ, ਸਾਡੀ ਲੀਡਰ ਨੇ, ਉਹਨਾਂ ਨੇ ਜੇ ਛੋਟੇ ਭਰਾ ਨੂੰ ਬਿਠਾ ਕੇ ਇਹ ਗੱਲ ਕਹੀ ਨਹੀਂ, ਭਰਾਵਾ ਤੂੰ ਇੱਥੇ ਬਣਾ ਲਾ ਪੰਚਕੂਲੇ, ਮੈਂ ਇੱਥੇ ਬਣਾ ਲੈਂਦਾ, ਤੈਨੂੰ ਪੈਸੇ ਦੀ ਲੋੜ ਹੈ ਮੈਂ ਦੇ ਦਿੰਦਾ, ਤੂੰ ਕੋਈ ਗੱਲ ਤਾਂ ਹੋਣੀ ਚਾਹੀਦੀ ਹੈ ਨਾ। ਚੰਡੀਗੜ੍ਹ ਕਿਹੜਾ ਅੱਧਾ ਨਹੀਂ ਹੋ ਸਕਦਾ ਸੀ? 60-40 ਦੀ ਰੇਸ਼ੋ ਨਾਲ ਚੰਡੀਗੜ੍ਹ ਕਿਹੜਾ ਵੰਡਿਆ ਨਹੀਂ ਜਾ ਸਕਦੇ? ਬਥੇਰੇ ਹੱਲ ਹੋ ਸਕਦੇ ਆ, ਕਿਉਂਕਿ ਅਸੀਂ ਉਸ ਪਾਸੇ ਸੁਹਿਰਦਤਾ ਨਾਲ ਕੰਮ ਹੀ ਨਹੀਂ ਕੀਤਾ। ਅਸੀਂ ਇੱਕ ਇਸ਼ੂ ਬਣਾ ਕੇ ਰੱਖਿਆ, ਜਿਵੇਂ ਫਾਰ ਐਗਜ਼ਾਮਪਲ ਬਰਗਾੜੀ ਵਾਲਾ ਮਸਲਾ। ਸੁਣ ਥੋੜਾ ਜਿਹਾ ਮੈਂ ਇਹ ਵੀ ਇਸ ਪਾਸੇ ਵੀ ਆਉਣਾ ਚਾਹਣਾ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਸਾਰੀ ਦੁਨੀਆ ਦਾ ਸਾਂਝਾ ਗ੍ਰੰਥ ਹੈ, ਜਿਹਤੋਂ ਅਸੀਂ ਸੇਧ ਲੈ ਕੇ ਚੱਲਦੇ ਹਾਂ ਜੀ। ਸਾਡੀ ਬੜੀ ਸਿਧਾਂਤਕ ਤੌਰ ਤੇ ਬਹੁਤ ਕੁਝ ਸਾਨੂੰ ਜੀਵਨ ਜਾਚ ਹੈ ਇੱਕ ਤਰ੍ਹਾਂ, ਠੀਕ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕਿਹਦੇ ਰਾਜ 'ਚ ਹੋਈ? ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਨਿਆਈ ਨੇ ਸਵੇਰੇ ਮੱਥਾ ਟੇਕ ਕੇ ਜੀਵਨ ਸ਼ੁਰੂ ਕਰਦੇ, ਸ਼ਾਮ ਨੂੰ ਅਰਦਾਸ ਕਰਕੇ ਜੀਵਨ ਸੌਂਦੇ ਨੇ, ਹਨਾ। ਉਹਨਾਂ ਬੰਦਿਆਂ ਦੇ ਰਾਜ ਦੇ ਵਿੱਚ ਉਹ ਵਾਪਰਿਆ, ਪਰ ਲੇਕਿਨ ਅਸੀਂ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਵਿੱਚ ਲੋੜ ਹੀ ਨਹੀਂ ਮਹਿਸੂਸ ਕੀਤੀ। ਤਾਂ ਇਹ ਜਿਹੀਆਂ ਜਦੋਂ ਘਟਨਾਵਾਂ ਲਗਾਤਾਰ ਹੁੰਦੀਆਂ ਰਹੀਆਂ ਤਾਂ ਸਾਨੂੰ ਇਹ ਲੱਗਦਾ ਸੀ ਕਿ ਯਾਰ ਪੰਜਾਬ ਦੇ ਵਿੱਚ ਜਾਂ ਤਾਂ ਲੀਡਰਸ਼ਿਪ ਦੀ ਤਬਦੀਲੀ ਹੋਵੇ ਤੇ ਜਾਂ ਫਿਰ ਇੱਕ ਜਥੇਬੰਦੀ ਹੋਰ ਸਾਰੇ ਸੁਹਿਰਦ ਲੋਕਾਂ ਦੀ ਬਣੇ, ਜਿਹੜੇ ਪੰਜਾਬ ਦੀ ਬਿਹਤਰੀ ਵਾਸਤੇ ਲੜਾਈ ਲੜਨ। ਤਾਂ ਢੀਂਡਸਾ ਸਾਹਿਬ ਨੇ ਜਦੋਂ ਇਹ ਗੱਲ ਚੱਲੀ ਤਾਂ ਉਹਨਾਂ ਨੇ ਬੜਾ ਸਪਸ਼ਟ ਸੰਕੇਤ ਜਾਂ ਸਪਸ਼ਟ ਐਲਾਨ ਸਾਨੂੰ ਸਾਰਿਆਂ ਨੂੰ ਕੀਤਾ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ, ਮੇਰੀ ਕੋਈ ਚਾਹਨਾ ਨਹੀਂ, ਕੋਈ ਮੇਰੀ ਇੱਛਾ ਨਹੀਂ। ਮੈਂ ਇਹ ਚਾਹੁੰਦਾ ਯਾਰ ਵੀ ਅਕਾਲੀ ਦਲ ਨੂੰ ਮੁੜ ਉਹਨਾਂ ਲੀਹਾਂ ਤੇ ਲਿਆਂਦਾ ਜਾਵੇ ਜਿਹੜੀਆਂ ਪ੍ਰਾਪਤੀਆਂ ਖਾਤਰ ਜਾਂ ਜਿਹੜੀਆਂ ਗੱਲਾਂ ਖਾਤਰ ਅਸੀਂ ਬਣਾਇਆ ਸੀ ਜੀ। ਹੁਣ ਉਸ ਸੁਧਾਰ ਵਾਸਤੇ, ਉਹਨਾਂ ਲੀਹਾਂ ਤੇ ਮੁੜ ਸਰਜੀਤ ਕਰਨ ਵਾਸਤੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਸ਼ੁਰੂਆਤ ਕੀਤੀ ਹੈ। ਅੱਗੇ ਪ੍ਰਮਾਤਮਾ ਮਿਹਰ ਕਰੇ ਕਿ ਕਾਫਲਾ ਵੱਡਾ ਹੋਵੇ, ਕਿਉਂਕਿ ਜਦੋਂ ਆਪਾਂ ਚੱਲਦੇ ਹਾਂ ਉਦੋਂ ਤਾਂ ਕਈ ਵਾਰੀ ਅਕੇਲਾ ਹੀ ਚੱਲਦਾ ਹੈ ਨਾ। ਅੱਛਾ, ਇੱਕ ਚੀਜ਼ ਚੱਲਦੀ ਹੈ ਜੀ ਕਿ ਹੁਣ ਜਿਹੜਾ ਜਿਵੇਂ ਇਲੈਕਸ਼ਨ ਦਾ ਐਲਾਨ ਲਗਭਗ ਹੋਇਆ ਵਰਗਾ ਹੈ ਐਸਜੀਪੀਸੀ ਦਾ, ਤੇ ਉਹ ਪਤਾ ਨਹੀਂ ਕਿੰਨੀ ਗੱਲ ਸਹੀ ਹੈ ਜਿਵੇਂ, ਜਾਂ ਤੁਸੀਂ ਸੱਚ ਦੱਸ ਸਕੋਗੇ ਵਧੀਆ ਤਰੀਕੇ ਨਾਲ, ਕਿ ਬੀਜੇਪੀ ਦੇ ਨਾਲ ਸਾਂਝ ਬਣ ਰਹੀ ਹੈ ਢੀਂਡਸਾ ਗਰੁੱਪ ਦੀ, ਤੇ ਉਹ ਉਧਰ ਐਸਜੀਪੀਸੀ ਦੇ ਉੱਤੇ ਤੁਹਾਡਾ ਹੱਥ ਪਵਾਉਣ ਜਾ ਰਹੇ ਆ ਤੇ ਇੱਧਰ ਸਰਕਾਰ ਬਣਾਉਣ ਜਾ ਰਹੇ ਆ ਆਉਣ ਵਾਲੇ ਸਮੇਂ 'ਚ, ਇਹੋ ਜਿਹਾ ਕੀ ਕੁਛ ਹੈ? ਸੁਖਨੇਵ ਜੀ, ਇਹ ਵੀ ਮੈਨੂੰ ਲੱਗਦਾ ਨਾ ਕਈ ਵਾਰੀ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ, ਕਿਉਂਕਿ ਬੀਜੇਪੀ ਦੀ ਆਈਡੀਓਲੋਜੀ ਹੈ ਜਿਹੜੀ ਉਹ ਵੱਖਰੀ ਹੈ, ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਵੱਖਰੀ ਹੈ, ਸਿਧਾਂਤਕ ਤੌਰ ਤੇ ਵੀ, ਆਦਰਸ਼ਕ ਤੌਰ ਤੇ ਵੀ, ਸਾਰੀਆਂ ਚੀਜ਼ਾਂ ਤੌਰ ਤੇ ਵੱਖਰੇ ਆ ਆਪਾਂ। ਪਰ ਸਰਕਾਰ ਬਣਾਉਣ ਵੇਲੇ ਤਾਂ ਇਕੱਠੇ ਹੋ ਜਾਂਦੇ ਆ ਨਾ ਜੀ। ਨਹੀਂ, ਮੇਰੀ ਬੇਨਤੀ ਤਾਂ ਸੁਣੋ। ਸਿੱਖ ਧਰਮ ਦੀ ਜਿਹੜੀ ਪਾਰਲੀਮੈਂਟ ਹੈ ਉਹਦੀ ਚੋਣ ਦਾ ਮਸਲਾ ਹੈ। ਚੋਣ ਕਰਾਉਣੀ ਕਿਹਨੇ ਹੈ? ਕੇਂਦਰ ਨੇ। ਜਿਹੜਾ ਚੋਣ ਕਰਾਉਣ ਦਾ ਅਧਿਕਾਰ ਹੈ ਉਹ ਕੇਂਦਰ ਕੋਲੇ ਹੈ। ਤਾਂ ਜਦੋਂ ਉਹਨਾਂ ਕੋਲੇ ਅਧਿਕਾਰ ਹੈ, ਕਾਬਜ ਲੋਕ ਹੈ ਜਿਹੜੇ ਉਹ ਹੋਣ ਨਹੀਂ ਦੇਣਾ ਚਾਹੁੰਦੇ। ਲੋਕ ਸਿੱਖ ਪੰਥ ਇਹ ਚਾਹੁੰਦਾ ਕਿ ਇਸ ਵੇਲੇ ਚੋਣ ਹੋਣੀ ਚਾਹੀਦੀ ਹੈ ਤੇ ਨਵੇਂ ਧਾਰਮਿਕ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ। ਤਾਂ ਆਟੋਮੈਟਿਕਲੀ ਹੈ ਕਿ ਸਾਨੂੰ ਉਹ ਚੋਣ ਕਰਾਉਣ ਵਾਸਤੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਜਥੇਬੰਦੀ ਦੇ ਹੋਣ ਦੇ ਨਾਤੇ ਸਾਨੂੰ ਗੱਲ ਤਾਂ ਕਰਨੀ ਪਊ। ਤਾਂ ਜਦੋਂ ਅਸੀਂ ਗੱਲ ਕਰਨ ਜਾਵਾਂਗੇ ਤਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਭਰਮ ਭੁਲੇਖੇ ਪੈਦਾ ਕਰਨ ਵਾਸਤੇ, ਉਹ ਕਹਿੰਦੇ ਜੀ ਇਹ ਤਾਂ ਬੀਜੇਪੀ ਨਾਲ ਰਲੇ ਹੋਏ ਆ। ਕਿਉਂਕਿ ਜਦੋਂ ਬੀਜੇਪੀ ਦਾ ਰਾਜ ਹੈ ਤਾਂ ਗੱਲ ਤਾਂ ਸਾਨੂੰ ਕਰਨੀ ਪਊ ਨਾ ਕਿ ਜੀ ਸਾਡੀ ਚੋਣ ਡਿਊ ਹੈ, ਚੋਣ ਕਰਵਾਓ। ਪ੍ਰੈਸ਼ਰ ਵੀ ਪਾਇਆ, ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਅਲੱਗ-ਅਲੱਗ ਤੌਰ ਤੇ ਮਿਲੇ, ਭਾਈ ਰਣਜੀਤ ਸਿੰਘ ਵੀ ਮਿਲੇ, ਪੰਥਕ ਲਹਿਰ ਵਾਲੇ,
ਹਾਂਜੀ ਜੀਕੇ ਸਾਹਿਬ ਵੀ ਮਿਲੇ, ਜਿੰਨੀਆਂ ਜਥੇਬੰਦੀਆਂ ਨੇ ਸਾਰੀਆਂ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਕਿ ਤੁਸੀਂ ਚੋਣ ਕਰਵਾਓ। ਤੇ ਟੱਕਰ ਦੇਣ ਦੇ ਸਮਰੱਥ ਕੋਈ ਅਕਾਲੀ ਦਲ ਦਿਸਦਾ ਜੀ, ਜਿਹੜਾ ਕਿ ਬੀਜੇਪੀ ਜਿਹੜੀ ਐਸਜੀਪੀਸੀ ਦੀ ਇਲੈਕਸ਼ਨ ਹੈ ਕਿ ਉਹ ਬਾਦਲ ਪਰਿਵਾਰ ਨੂੰ ਹਰਾ ਸਕੇ? ਸੁਖਨੈਬ ਜੀ, ਤੁਹਾਨੂੰ ਮੈਂ ਇੱਕ ਜਾਣਕਾਰੀ ਦੇ ਦਿਆਂ ਕਿ ਇੱਕ ਤਾਂ ਐਤਕੀ ਪਹਿਲੀ ਵਾਰੀ ਹੋਊਗਾ ਕਿ ਉਹਨਾਂ ਲੋਕਾਂ ਦੀ ਵੋਟ ਬਣਨੀ ਹੈ ਜਿਹੜੇ ਕੇਸਾਧਾਰੀ ਹੈ, ਸਾਬਤ ਸੂਰਤ ਹੈ। ਪਿਛਲੀ ਵਾਰੀ ਕੀ ਸੀਗਾ, ਜਿੰਨੀਆਂ ਹੁਣ ਤੱਕ ਆਉਂਦੀਆਂ ਰਹੀਆਂ, ਕਿ ਤੁਹਾਡੇ ਵਰਗੇ ਜਿਹੜੇ ਸਹਿਜਧਾਰੀ ਸੀ ਉਹਨਾਂ ਦੀਆਂ ਵੋਟਾਂ ਬਣਦੀਆਂ ਸੀ ਤੇ ਸਰਕਾਰ ਦੇ ਹੁੰਦਿਆਂ ਚੋਣ ਹੁੰਦੀ ਸੀ ਜਦੋਂ ਸਰਦਾਰ ਬਾਦਲ ਸੱਤਾ 'ਚ ਹੁੰਦੇ ਸੀ। ਐਤਕੀ ਨਾ ਤਾਂ ਸਰਕਾਰ ਹੈ ਉਹਨਾਂ ਦੀ ਤੇ ਨਾ ਹੀ ਐਤਕੀ ਜਿਹੜੀਆਂ ਇਸ ਤਰ੍ਹਾਂ ਦੀਆਂ ਵੋਟਾਂ ਘੋਨਿਆਂ ਮੋਨਾ ਉਹ ਵੋਟਾਂ ਨਹੀਂ ਹੈਗੀਆਂ। ਤੇ ਵੋਟਰ ਕਾਰਡ ਨਾਲ ਵੋਟ ਪੈਣੀ ਹੈ, ਉਹਦੇ ਉੱਤੇ ਫੋਟੋ ਲੱਗਣੀ ਹੈ ਬਕਾਇਦਾ। ਤੇ ਲੋਕਾਂ ਦੇ ਵਿੱਚ ਜਿਹੜੀ ਹਾਲਤ ਹੈ ਇਹਨਾਂ ਦੀ, ਖਾਸ ਕਰਕੇ ਪੰਥ ਦੇ ਵਿੱਚ ਤੇ ਪਿੰਡੂ ਸਿੱਖ ਕਿਸਾਨੀ ਦੇ ਵਿੱਚ, ਉਹ ਤੁਹਾਡੇ ਸਾਹਮਣੇ ਹੈ। ਤੇ ਤੁਸੀਂ ਦੇਖੋਗੇ ਕਿ ਹਾਲਾਤ ਇਹ ਬਣਨੇ ਆ ਕਿ ਜ਼ਮਾਨਤਾਂ ਜ਼ਬਤ ਹੋਣਗੀਆਂ ਇਹਨਾਂ ਦੀਆਂ। ਦੇਖਦੇ ਹਾਂ ਜੀ, ਖੈਰ ਕੋਈ ਵੱਡਾ ਬਦਲਾਅ ਆਵੇ, ਉਮੀਦ ਤਾਂ ਇਹੀ ਕੀਤੀ ਜਾ ਸਕਦੀ ਹੈ। ਔਰ ਦੂਜੇ ਪਾਸੇ ਜਿਹੜੀ ਸਰਗਰਮ ਸਿਆਸਤ ਹੈ ਪੰਜਾਬ ਦੀ, ਇਹਦੇ 'ਚ ਕਿੱਥੇ ਜੇ ਖੜਾ ਮਹਿਸੂਸ ਜਿਹੜਾ ਡੈਮੋਕ੍ਰੈਟਿਕ ਅਕਾਲੀ ਦਲ ਹੈ ਤੁਹਾਡਾ? ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ ਤਿੰਨ ਧਿਰਾਂ ਨੇ, ਕਾਂਗਰਸ, ਆਪ ਤੇ ਅਸੀਂ, ਜਿਹੜਾ ਬਾਦਲ ਅਕਾਲੀ ਦਲ ਹੈ, ਇਹ ਬਿਲਕੁਲ ਹਾਸ਼ੀਏ ਤੇ ਹੈ। ਇਹ ਕੋਈ ਗੱਲਬਾਤ ਨਹੀਂ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਕਿ ਇਹਦੇ ਬਹੁਤ ਵੱਡੇ ਵੱਡੇ ਥੰਮ, ਕੱਲ੍ਹ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ ਕੱਲ੍ਹ ਦਫ਼ਤਰ ਦਾ ਉਦਘਾਟਨ ਸੀ, ਮੈਂ ਉੱਥੇ ਵੀ ਗਿਆ ਸੀ, ਕਿ ਬਹੁਤ ਵੱਡੇ ਵੱਡੇ ਥੰਮ ਤੁਸੀਂ ਦੇਖੋਗੇ ਕਿ ਆਉਣਗੇ ਇੱਧਰ ਢੀਂਡਸਾ ਸਾਹਿਬ ਦੀ ਅਗਵਾਈ 'ਚ। ਤੇ ਸਮਾਂ ਸਮਰੱਥ ਹੈ, ਹਰ ਚੀਜ਼ ਦਾ ਅੰਤ ਤੈਅ ਹੈ। ਅਲਾਈਅੰਸ ਕਿਹਦੇ ਨਾਲ ਹੋ ਸਕਦਾ? ਕਿਉਂਕਿ ਆਮ ਆਦਮੀ ਪਾਰਟੀ ਨਾਲ ਵੀ ਉਦੋਂ ਗੱਲ ਜੀ ਚੱਲੀ ਸੀ, ਬੀਜੇਪੀ ਨਾਲ ਗੁਣਾ ਤੁਹਾਡਾ ਪੈਂਦਾ ਗਾ, ਇਹਦੀ ਚਰਚਾ ਆਮ ਹੀ ਚੱਲਦੀ ਰਹਿੰਦੀ ਹੈ। ਕੋਈ ਹੋਰ ਵੀ ਤਰ੍ਹਾਂ ਹੋ ਸਕਦੀ? ਸਾਡੀ ਜਿਹੜੀ ਜਥੇਬੰਦੀ ਆ, ਉਹਦਾ ਪ੍ਰਧਾਨ ਸਾਹਿਬ ਨੇ ਕਈ ਵਾਰੀ ਐਲਾਨ ਕੀਤਾ ਕਿ ਬਾਦਲ ਕਿਆਂ ਨੂੰ ਤੇ ਕਾਂਗਰਸ ਨੂੰ ਛੱਡ ਕੇ ਸਾਡਾ ਕਿਸੇ ਨਾਲ ਵੀ ਹੋ ਸਕਦਾ ਹੈ, ਇਹ ਦੋ ਧਿਰਾਂ ਨੂੰ ਛੱਡ ਕੇ। ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ, ਤੁਹਾਡਾ ਵੀ, ਤੁਸੀਂ ਇੰਨਾ ਸਮਾਂ ਦਿੱਤਾ ਕੀਮਤੀ। ਸਾਰੇ ਦਰਸ਼ਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।